ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਜੀ ਔਰ ਇੰਦਰਪ੍ਰੀਤ ਜੀ। ਦੋਨਾਂ ਨੂੰ ਜੀ ਆਇਆਂ। बहुत बहुत शुक्रिया रंधावा जी। ਅੱਜ ਸਾਡੇ ਕੌਮੀ ਨਾਇਕਾਂ ਦਾ ਸ਼ਹੀਦੀ ਦਿਹਾੜਾ ਹੈ। ਅਸੀਂ ਨਮਨ ਕਰਦੇ ਹਾਂ ਔਰ ਅੱਜ ਦੇ ਯੂਥ ਲਈ ਸ਼ਾਇਦ ਇਸ ਤੋਂ ਵੱਡੀ ਪ੍ਰੇਰਨਾ ਕੋਈ ਨਹੀਂ ਹੋ ਸਕਦੀ ਕਿ ਵੱਡੇ ਕਾਜ ਲਈ ਤੁਹਾਡੇ ਵੱਡੇ ਇਰਾਦੇ ਬੜੇ ਜ਼ਰੂਰੀ ਹੁੰਦੇ ਆ ਔਰ ਉਹਦੇ ਨਾਲ ਥਾਟ ਪ੍ਰੋਸੈਸ ਉਹ ਬਹੁਤ ਜ਼ਰੂਰੀ ਹੁੰਦਾ ਹੈ। ਖਾਲੀ ਸਿਰਾਂ ਨਾਲ ਤੁਸੀਂ ਕੋਈ ਜੰਗ ਨਹੀਂ ਲੜ ਸਕਦੇ ਤੇ ਜੰਗ ਲੜਨ ਲਈ ਤੁਹਾਡੇ ਕੋਲ ਵਿਸ਼ਾਲ ਵਿਜ਼ਨ ਦਾ ਹੋਣਾ ਬੜਾ ਜ਼ਰੂਰੀ ਹੈ। ਆਪਾਂ ਭਾਸਕਰ ਸਾਹਿਬ ਤੋਂ ਸਭ ਤੋਂ ਪਹਿਲਾਂ ਅੰਮ੍ਰਿਤਪਾਲ ਦੇ ਬਾਰੇ 'ਚ ਇੱਕ ਸਮੁੱਚੀ ਰਿਪੋਰਟ ਲੈਂਦੇ ਆ ਕਿ ਕੱਲ ਤੋਂ ਲੈ ਕੇ ਅੱਜ ਤੱਕ ਕੀ ਕੁਝ ਵਾਪਰਿਆ, ਰਿਪੋਰਟ ਕੀ ਹੋਇਆ। ਰੰਧਾਵਾ ਜੀ, ਮਾਰਚ 18 ਨੂੰ ਆਪਰੇਸ਼ਨ ਅੰਮ੍ਰਿਤਪਾਲ ਸ਼ੁਰੂ ਹੋਇਆ ਸੀ। ਅੱਜ ਅਸੀਂ ਮਾਰਚ 23 ਦੇ ਵਿੱਚ ਬੈਠੇ ਹਾਂ। ਅੱਜ ਵੀ ਪੁਲਿਸ ਦੇ ਵਿੱਚ ਔਰ ਅੰਮ੍ਰਿਤਪਾਲ ਦੇ ਵਿੱਚ ਉਹ ਚੋਰ ਪੁਲਿਸ ਦਾ ਗੇਮ ਚੱਲ ਰਿਹਾ, ਖੇਡ ਚੱਲ ਰਿਹਾ ਔਰ ਅੰਮ੍ਰਿਤਪਾਲ ਹਜੇ ਤੱਕ ਅਰੈਸਟ ਨਹੀਂ ਹੋ ਪਾਇਆ। ਇਸ ਗੱਲ ਦੀ ਪੁਸ਼ਟੀ ਖੁਦ ਪੁਲਿਸ ਨੇ ਕੀਤੀ ਹੈ। ਕੁਝ ਤਸਵੀਰਾਂ ਨਸ਼ਰ ਹੋਈਆਂ, ਉਹਨਾਂ ਤਸਵੀਰਾਂ ਦੇ ਵਿੱਚ ਜਿਸ ਮੋਟਰਸਾਈਕਲ ਦੇ ਵਿੱਚ ਅੰਮ੍ਰਿਤਪਾਲ ਕਿਸੇ ਪਪਲਪ੍ਰੀਤ ਦੇ ਨਾਲ ਭੱਜਿਆ ਸੀਗਾ। ਪਪਲਪ੍ਰੀਤ ਕੌਣ ਹੈ ਇਹ ਵੀ ਆਪਾਂ ਅੱਗੇ ਚੱਲ ਕੇ ਡਿਸਕਸ ਕਰਾਂਗੇ। ਔਰ ਜਿਸ ਤਰੀਕੇ ਨਾਲ ਉਹਨਾਂ ਦੀ ਮੋਟਰਸਾਈਕਲ ਖਰਾਬ ਹੋ ਜਾਂਦੀ ਹੈ ਔਰ ਇੱਕ ਫੋਟੋ ਨਸ਼ਰ ਹੁੰਦੀ ਹੈ, ਉਹ ਜੁਗਾੜ ਰੇੜੀ ਦੇ ਉੱਤੇ ਮੋਟਰਸਾਈਕਲ ਸਮੇਤ ਪਪਲਪ੍ਰੀਤ ਤੇ ਫਿਰ ਅੰਮ੍ਰਿਤਪਾਲ ਉਹਨਾਂ ਦੋਨੋਂ ਉੱਥੇ ਬੈਠ ਕੇ ਜਾ ਰਹੇ ਹੁੰਦੇ ਨੇ। ਬਾਅਦ ਚੋਂ ਇਹ ਮੋਟਰਸਾਈਕਲ ਰਿਕਵਰ ਹੋ ਜਾਂਦੀ ਹੈ। ਮੋਟਰਸਾਈਕਲ ਰਿਕਵਰ ਹੋਣ ਤੋਂ ਬਾਅਦ ਅੰਮ੍ਰਿਤਪਾਲ ਉਹਨਾਂ ਪਪਲਪ੍ਰੀਤ ਦੇ ਨਾਲ ਕਿਸ ਵਹੀਕਲ ਦੇ ਉੱਤੇ ਅੱਗੇ ਗਏ, ਇਹਦੀ ਇਨਵੈਸਟੀਗੇਸ਼ਨ ਹਜੇ ਜਾਰੀ ਹੈ। ਪਰ ਅੰਮ੍ਰਿਤਪਾਲ ਦੇ ਕੇਸ ਦੇ ਵਿੱਚ ਕੱਲ ਕਾਫੀ ਹੋਰ ਡਿਵੈਲਪਮੈਂਟਸ ਵੀ ਹੋਈਆਂ। ਉਹਨਾਂ ਡਿਵੈਲਪਮੈਂਟਸ ਦੇ ਵਿੱਚ ਸਭ ਤੋਂ ਵੱਡੀ ਡਿਵੈਲਪਮੈਂਟ ਦਲਜੀਤ ਸਿੰਘ ਕਲਸੀ ਜਿਹੜੇ ਗੁੜਗਾਵਾਂ ਤੋਂ ਫੜੇ ਸੀਗੇ ਔਰ 35 ਕਰੋੜ ਦੀ ਫੰਡਿੰਗ ਦਾ ਆਰੋਪ ਵੀ ਉਹਨਾਂ ਦੇ ਉੱਤੇ ਲਾਇਆ ਗਿਆ ਸੀ। ਉਹਨਾਂ ਦੀ ਪਤਨੀ ਨੇ ਕੱਲ ਫੇਰ ਹਾਈ ਕੋਰਟ ਦੇ ਵਿੱਚ ਹੈਬੀਅਸ ਕਾਰਪਸ ਦਾ ਇੱਕ ਕੇਸ ਪਾਤਾ। ਮਾਰਚ 28 ਡੇਟ ਰੱਖ ਲਈ ਗਈ। ਉਹ ਡੇਟ ਜਦ ਅੰਮ੍ਰਿਤਪਾਲ ਦੇ ਹੀ ਸੇਮ ਕੇਸ ਹੈਬੀਅਸ ਕਾਰਪਸ ਦੇ ਮੁੱਦੇ ਦੇ ਉੱਤੇ ਸੁਣਵਾਈ ਹੋਣੀ ਹੈ। ਜਸਟਿਸ ਉਹੀ ਨੇ ਸ਼ੇਖਾਵਤ ਸਾਹਿਬ। ਉਸ ਤੋਂ ਇਲਾਵਾ 45 ਮਿੰਟ ਦਾ ਉਹ ਰੂਟ ਜਦ ਅੰਮ੍ਰਿਤਪਾਲ ਭੱਜਿਆ ਸੀਗਾ ਨੰਗਾ ਲੰਬੀਆ ਪਿੰਡ ਤੋਂ, ਉਹ ਵੀ ਰੂਟ ਆਇਡੈਂਟੀਫਾਈ ਕੀਤਾ ਪੁਲਿਸ ਨੇ ਔਰ ਉਹਦੇ ਵਿੱਚ ਕੌਣ-ਕੌਣ ਕਿਸ-ਕਿਸ ਮੋਟਰਸਾਈਕਲ ਤੇ ਬੈਠਾ ਸੀਗੇ ਉਹਦੇ ਵੀ ਨਾਂ ਨਸ਼ਰ ਹੋਏ ਨੇ। ਅੰਮ੍ਰਿਤਪਾਲ ਜਿਸ ਮੋਟਰਸਾਈਕਲ ਤੇ ਬੈਠਿਆ ਸੀਗਾ ਉਹਨੂੰ ਡਰਾਈਵ ਕਰ ਰਿਹਾ ਸੀ ਪਪਲਪ੍ਰੀਤ। ਇਹ 38 ਸਾਲ ਦਾ ਕਥੂ ਨੰਗਲ ਦਾ ਰਹਿਣ ਵਾਲਾ ਹੈਗਾ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹਦੇ ISI ਦੇ ਨਾਲ ਕਾਫੀ ਅੱਛੇ ਇਹਦੇ ਲਿੰਕ ਸੀਗੇ ਔਰ ਹੁਣ ਇਹਨਾਂ ਸਾਰੀ ਗੱਲਾਂ ਨੂੰ ਇਨਵੈਸਟੀਗੇਟ ਅੱਗੇ ਕੀਤਾ ਜਾ ਰਿਹਾ ਹੈ। ਰਣਜੀਤ ਸਿੰਘ ਉਹ ਗ੍ਰੰਥੀ ਜਿਸ ਗ੍ਰੰਥੀ ਦੇ ਘਰ ਜਾ ਕੇ ਉਹਨਾਂ ਨੇ ਕੱਪੜੇ ਚੇਂਜ ਕੀਤੇ ਸੀ ਅੰਮ੍ਰਿਤਪਾਲ ਨੇ ਔਰ ਉਹਦੇ ਸਾਥੀ ਗਏ ਸੀ, ਉਹਦੇ ਬਿਆਨ ਦੇ ਉੱਤੇ ਇੱਕ ਹੋਰ ਕੇਸ ਅੰਮ੍ਰਿਤਪਾਲ ਦੇ ਖਿਲਾਫ ਰਜਿਸਟਰਡ ਹੋਇਆ ਜਿਹਦੇ ਵਿੱਚ ਰਣਜੀਤ ਸਿੰਘ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਮੈਨੂੰ ਹਥਿਆਰਾਂ ਦੀ ਨੋਕ ਤੇ ਮੇਰੇ ਤੋਂ ਕੱਪੜੇ ਮੰਗੇ ਗਏ, ਮੇਰੇ ਘਰ 45 ਮਿੰਟ ਰਹੇ ਔਰ ਉਸ ਤੋਂ ਬਾਅਦ ਮੇਰੇ ਹੀ ਫੋਨ ਨੂੰ ਯੂਜ਼ ਕਰਕੇ ਉਹਨਾਂ ਨੇ ਆਪਣੇ ਸਾਥੀਆਂ ਨੂੰ ਬੁਲਾਇਆ ਤੇ ਉਸ ਤੋਂ ਬਾਅਦ ਉਹ ਉੱਥੋਂ ਭੱਜ ਗਏ। ਫੋਨ ਹਾਲਾਂਕਿ ਉਹਨਾਂ ਨੇ ਵਾਪਸ ਕਰਤਾ ਸੀਗਾ। ਹੁਣ ਇਹ ਨਵਾਂ ਟਵਿਸਟ ਜ਼ਰੂਰ ਆਇਆ ਹੈ ਕਿ ਰਣਜੀਤ ਸਿੰਘ ਉਹਨਾਂ ਦੀ ਪਹਿਲੀ ਸਟੇਟਮੈਂਟ ਔਰ ਦੂਜੀ ਸਟੇਟਮੈਂਟ ਜਿਹੜੀ ਉਹਨਾਂ ਨੇ ਪੁਲਿਸ ਨੂੰ ਦਿੱਤੀ ਹੈ ਉਹਦੇ ਵਿੱਚ ਕਾਫੀ ਅੰਤਰ ਹੈਗਾ, ਕਿਉਂਕਿ ਪਹਿਲੇ ਹੀ ਸਟੇਟਮੈਂਟ ਦੇ ਵਿੱਚ ਪੁਲਿਸ ਨੇ ਹਥਿਆਰਾਂ ਦੀ ਗੱਲ ਨਹੀਂ ਕੀਤੀ ਸੀਗੀ। ਉਸ ਤੋਂ ਇਲਾਵਾ ਅਗਰ ਅੰਮ੍ਰਿਤਪਾਲ ਦੇ ਕੇਸ ਦੀ ਗੱਲ ਕਰੀਏ ਤੇ ਹਾਲਾਂਕਿ ਕੱਲ ਵਿਧਾਨ ਸਭਾ ਦੇ ਵਿੱਚ ਵੀ ਇਸ ਮੁੱਦੇ ਤੇ ਕਾਫੀ ਹੱਲਾ ਹੋਇਆ ਔਰ ਆਪੋਜੀਸ਼ਨ ਨੇ ਮੰਗ ਕੀਤੀ ਸੀ ਕਿ ਇਸ ਮੁੱਦੇ ਦੇ ਉੱਤੇ ਡਿਸਕਸ਼ਨ ਹੋਣੀ ਚਾਹੀਦੀ ਹੈ। ਬਾਅਦ ਚੋਂ ਉਹ ਵਾਕਆਊਟ ਕਰ ਗਏ। ਲੇਕਿਨ NIA ਔਰ ਪੰਜਾਬ ਪੁਲਿਸ ਨੇ ਜੁਆਇੰਟ 8 ਟੀਮਾਂ ਬਣਾਈ ਹੈ। 158 ਦੇ ਕਰੀਬ ਇਸ ਤਰ੍ਹਾਂ ਦੇ ਬੈਂਕ ਅਕਾਊਂਟਸ ਟ੍ਰੇਸ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕਾਫੀ ਸਾਰੀ ਟ੍ਰਾਂਜੈਕਸ਼ਨ ਹੋਈ ਔਰ ਇਹਨਾਂ ਦੇ ਵਿੱਚੋਂ 28 ਅਕਾਊਂਟਸ ਐਦਾਂ ਦੇ ਹੈਗੇ ਨੇ ਜਿਹਦੇ ਵਿੱਚ 5 ਕਰੋੜ ਤੋਂ ਵੱਧ ਅਮਾਉਂਟ ਆਇਆ। ਉਹਦੇ ਵਿੱਚ ਕਦੋਂ ਇਹ ਅਕਾਊਂਟ ਖੋਲੇ ਗਏ, ਕਿਹਦੇ ਨਾਂ ਤੇ ਖੋਲੇ ਗਏ, ਕਦੋਂ ਪੈਸੇ ਜਮ੍ਹਾਂ ਕਰਾਏ ਗਏ, ਕਦੋਂ ATM ਆਪਰੇਟ ਹੋਏ, ਕਿ ਉਹ ਜਿਨ੍ਹਾਂ ਨੇ ਆਪਰੇਟ ਕੀਤਾ ਉਹਨਾਂ ਦੇ ਹੀ ਅਕਾਊਂਟ ਸੀਗੇ। ਇਹਨਾਂ तमाम ਗੱਲਾਂ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਪੰਜਾਬ ਪੁਲਿਸ ਤੇ NIA ਦੀ ਟੀਮ ਕਰ ਰਹੀ ਹੈ ਔਰ ਇਹ ਕਾਫੀ ਸਾਰੇ ਜ਼ਿਲ੍ਹੇ ਆਇਡੈਂਟੀਫਾਈ ਹੋਏ ਨੇ ਜਿਨ੍ਹਾਂ ਦੇ ਵਿੱਚ ਇਹ ਟ੍ਰਾਂਜੈਕਸ਼ਨਸ ਹੋਈ ਹੈ ਔਰ ਅੰਮ੍ਰਿਤਪਾਲ ਦੇ ਸਪੋਰਟਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਸੀਗੇ। ਜਿਨ੍ਹਾਂ ਜ਼ਿਲ੍ਹਿਆਂ ਦਾ ਨਾਂ ਲਈਏ ਤੇ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਇਹਨਾਂ ਟੀਮਾਂ ਦੇ ਵਿੱਚ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਅੰਮ੍ਰਿਤਪਾਲ ਦੇ ਸਮਰਥਕਾਂ ਦੀ ਪ੍ਰਾਪਰਟੀਜ਼ ਦੀ ਵੀ ਜਾਂਚ ਹੋ ਰਹੀ ਹੈ। ਉਸ ਤੋਂ ਇਲਾਵਾ ਅੰਮ੍ਰਿਤਪਾਲ ਦੇ ਘਰ ਕੱਲ ਪੰਜਾਬ ਪੁਲਿਸ ਪਹੁੰਚਦੀ ਹੈ। ਉੱਥੇ ਉਹਨਾਂ ਦੀ ਪਤਨੀ ਜਿਹੜੀ ਉਹਦੇ ਨਾਲ ਵੀ ਪੁੱਛਗਿੱਛ ਹੁੰਦੀ ਹੈ, ਮਾਂ ਦੇ ਨਾਲ ਵੀ ਪੁੱਛਗਿੱਛ ਹੁੰਦੀ ਹੈ ਔਰ ਕਿਹਾ ਜਾਂਦਾ ਹੈ ਕਿ ਜੇ ਅੰਮ੍ਰਿਤਪਾਲ ਤੁਹਾਨੂੰ ਕੰਟੈਕਟ ਕਰੇ, ਪਹਿਲੇ ਤੇ ਇਹੀ ਸਵਾਲ ਸੀਗਾ ਕਿ ਕੀ ਅੰਮ੍ਰਿਤਪਾਲ ਨੇ ਤੁਹਾਨੂੰ ਕੰਟੈਕਟ ਕੀਤਾ। ਇਹਦੀ ਗੱਲ ਬਾਹਰ ਨਿਕਲ ਕੇ ਤੇ ਨਹੀਂ ਆਈ ਕਿ ਉਹਨਾਂ ਦਾ ਜਵਾਬ ਕੀ ਸੀ, ਪਰ ਇਹ ਗੱਲ ਜ਼ਰੂਰ ਬਾਹਰ ਨਿਕਲ ਕੇ ਆਈ ਕਿ ਪਰਿਵਾਰ ਨੂੰ ਦੱਸ ਦਿੱਤਾ ਗਿਆ ਜੇ ਅੰਮ੍ਰਿਤਪਾਲ ਤੁਹਾਨੂੰ ਕੰਟੈਕਟ ਕਰੇ ਤੇ ਤੁਸੀਂ ਉਹਨੂੰ ਕਹਿਣਾ ਕਿ ਸਰੈਂਡਰ ਕਰ ਦੇ ਕਿਉਂਕਿ ਬਹੁਤ ਮੁਸ਼ਕਿਲ ਆ ਉਹਦਾ ਬਚਣਾ। ਇਸ ਤੋਂ ਇਲਾਵਾ ਵਾਈਫਾਈ ਜਿਹੜਾ ਘਰ ਦੇ ਵਿੱਚ ਲੱਗਿਆ ਉਹਦੀ ਪੂਰੀ ਡਿਟੇਲ, ਪੂਰਾ ਡਾਟਾ, ਕਿਉਂਕਿ ਹੋ ਸਕਦਾ ਇੰਟਰਨੈਟ ਕਾਲ ਦੇ ਜ਼ਰੀਏ ਉਹ ਆਪਣੀ ਪਰਿਵਾਰ ਦੇ ਨਾਲ ਸੰਪਰਕ ਦੇ ਵਿੱਚ ਹੋਏ
ਉਹਦੀ ਡਿਟੇਲ ਕਢਾਈ ਜਾ ਰਹੀ ਹੈ। ਔਰ ਉਸ ਤੋਂ ਇਲਾਵਾ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਦੇ ਭੱਜਣ ਦੀ ਮੇਨ ਵਜ੍ਹਾ ਉਹ ਹਿਊਜ ਫੰਡਿੰਗ ਹੋ ਸਕਦੀ ਹੈ। ਜਿਨ੍ਹਾਂ ਬੈਂਕ ਅਕਾਊਂਟਸ ਦਾ ਅਸੀਂ ਜ਼ਿਕਰ ਕੀਤਾ, ਜਿਹਨੂੰ NIA ਦੀ ਟੀਮ ਔਰ ਪੰਜਾਬ ਪੁਲਿਸ ਖੰਗਾਲ ਰਹੀ ਹੈ, ਉਹਨਾਂ ਬੈਂਕ ਅਕਾਊਂਟ ਦਾ ਜ਼ਿਕਰ ਉਸ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਵਿੱਚ ਨਹੀਂ ਕੀਤਾ, ਪਰ ਇਹ ਤੇ ਜ਼ਰੂਰ ਕਿਹਾ ਗਿਆ ਹੈ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵਾਰਿਸ ਪੰਜਾਬ ਦੇ ਨਾਂ ਤੇ ਫੰਡਿੰਗ ਹੋਈ ਹੈ। ਉਹਨਾਂ ਫੰਡਿੰਗ ਕਰਕੇ ਹੀ ਅੰਮ੍ਰਿਤਪਾਲ ਨੂੰ ਭੱਜਣਾ ਪਿਆ, ਕਿਉਂਕਿ ਜੇ ਉਹ NSA ਐਕਟ ਦੇ ਵਿੱਚ ਜੇਲ੍ਹ ਚਲੇ ਜਾਂਦੇ ਨੇ ਤੇ ਪਿੱਛੇ ਉਸ ਫੰਡਿੰਗ ਦਾ ਕੀ ਹੋਏਗਾ, ਇਹ ਇੱਕ ਰੀਜ਼ਨ ਦਿੱਤਾ ਗਿਆ ਅੰਮ੍ਰਿਤਪਾਲ ਦੇ ਪੁਲਿਸ ਤੋਂ ਭੱਜਣ ਵਾਸਤੇ। 5 ਜਿਹੜੇ ਵਹੀਕਲਸ ਨੇ ਜਿਨ੍ਹਾਂ ਦੇ ਉੱਤੇ ਨੰਗਲ ਅੰਬੀਆ ਗੁਰਦੁਆਰੇ ਤੋਂ ਉਹ ਅੰਮ੍ਰਿਤਪਾਲ ਭੱਜਿਆ, ਉਹਨਾਂ ਨੂੰ ਆਇਡੈਂਟੀਫਾਈ ਕਰ ਲਿਆ, ਕਿਉਂਕਿ ਪਹਿਲੇ ਉਹ ਬਰੀਜ਼ਾ ਕਾਰ ਦੇ ਵਿੱਚ ਉਸ ਗੁਰਦੁਆਰੇ ਦੇ ਵਿੱਚ ਆਈ ਸੀ, ਉਹ ਰਿਕਵਰ ਕਰ ਲਿੱਤੀ ਗਈ ਹੈ। 2 ਮੋਟਰਸਾਈਕਲਾਂ ਦਾ ਜ਼ਿਕਰ ਹੈਗਾ, ਔਰ ਉਸ ਤੋਂ ਬਾਅਦ ਦੇਸੀ ਜੁਗਾੜ ਗੱਡੀ, ਔਰ ਦੇਸੀ ਜੁਗਾੜ ਗੱਡੀ ਤੋਂ ਬਾਅਦ ਅੰਮ੍ਰਿਤਪਾਲ ਉਹਨਾਂ ਉਸ ਮੋਟਰਸਾਈਕਲ ਨੂੰ ਡੰਪ ਕਰਕੇ ਕਿੱਥੇ ਚਲੇ ਗਏ, ਇਹਦੀ ਇਨਵੈਸਟੀਗੇਸ਼ਨ ਹਜੇ ਚੱਲ ਰਹੀ ਹੈ। ਫਿਲਹਾਲ ਪੰਜਾਬ ਪੁਲਿਸ ਇੰਨੀ ਕੁ ਇਨਵੈਸਟੀਗੇਸ਼ਨ ਦੇ ਰਾਹੀਂ ਅੱਗੇ ਤੁਰਦੀ ਹੋਈ ਨਜ਼ਰ ਆਉਂਦੀ। ਇਹਦੇ ਵਿੱਚ ਕੱਲ ਇੱਕ ਸਰਦੇ ਪੁੱਜਦੇ ਸਨਅਤਕਾਰ ਮੈਨੂੰ ਨੌਕ ਕਰਦੇ ਆ, ਉਹ ਕਹਿੰਦੇ ਕਿ ਤੁਸੀਂ ਇਹ ਗੱਲ ਕਿਉਂ ਨਹੀਂ ਕਰਦੇ ਕਿ ਜਿਹੜੇ ਬੱਚੇ ਇਸ ਤਰ੍ਹਾਂ ਦੀਆਂ ਮੂਵਮੈਂਟਸ ਦਾ ਹਿੱਸਾ ਬਣਦੇ ਆ, ਤਲਵਾਰਾਂ ਲੈ ਕੇ, ਹਥਿਆਰ ਲੈ ਕੇ, ਉਹਨਾਂ ਦੇ ਮਾਪੇ ਉਹਨਾਂ ਤੇ ਨਜ਼ਰ ਕਿਉਂ ਨਹੀਂ ਰੱਖਦੇ? ਕਿਉਂਕਿ ਕਿਸੇ ਸੰਬੰਧੀ ਕੀ ਵਾਪਰ ਜਾਣਾ ਇਹਦੀ ਕੋਈ ਕਿਸੇ ਨੂੰ ਅਗਾਊਂ ਜਾਣਕਾਰੀ ਨਹੀਂ ਹੁੰਦੀ। ਜਿਹੜੀ ਹਰਾਸਮੈਂਟ ਹੁਣ ਉਹਨਾਂ ਬੱਚਿਆਂ ਨੂੰ ਹੋ ਰਹੀ ਆ, ਮਾਪਿਆਂ ਨੂੰ ਹੋ ਰਹੀ ਆ, ਉਹਦੀ ਜ਼ਿੰਮੇਵਾਰੀ ਤੋਂ ਮਾਪੇ ਵੀ ਨਹੀਂ ਭੱਜ ਸਕਦੇ। ਤੁਹਾਡਾ ਬੱਚਾ ਕੀ ਕਰ ਰਿਹਾ, ਕਿੱਥੇ ਜਾ ਰਿਹਾ, ਕਿੱਥੇ ਆ ਰਿਹਾ, ਇਹਦੇ ਉੱਤੇ ਮਾਪਿਆਂ ਦੀ ਨਜ਼ਰ ਵੀ ਰਹਿਣੀ ਚਾਹੀਦੀ ਆ। ਅਨਨੈਸੈਸਰਲੀ ਗੈਰ ਜ਼ਰੂਰੀ ਤੌਰ ਤੇ ਕਿਸੇ ਝਮੇਲੇ 'ਚ ਫਸ ਜਾਣਾ ਜਾਂ ਕਿਸੇ ਕੋਰਟ ਕਚਹਿਰੀ ਦੇ ਚੱਕਰ 'ਚ ਫਸ ਜਾਣਾ, ਇਹ ਕੋਈ ਸੌਖਾ ਮਾਮਲਾ ਨਹੀਂ ਨਜਿੱਠਣ ਵਾਲਾ। ਕਈ ਬੱਚਿਆਂ ਨੇ ਰੋਜੀ ਰੋਟੀ ਲਈ, ਪੜ੍ਹਨ ਲਈ ਬਾਹਰ ਜਾਣਾ ਹੁੰਦਾ। ਸੋ ਇਹ ਸਾਰੀਆਂ ਗੱਲਾਂ ਵੀ ਚੱਲਦੀਆਂ ਨੇ ਕਿ ਮਾਪਿਆਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਹਨਾਂ ਦੇ ਬੱਚੇ ਕਿਸ ਤਰੀਕੇ ਨਾਲ ਮੂਵ ਕਰ ਰਹੇ ਆ। ਇੰਦਰਪ੍ਰੀਤ ਜੀ, ਇਹ ਜਿਹੜੀ ਸਾਰੀ ਜੋ ਵਾਪਰ ਰਹੀ ਆ ਚੀਜ਼ਾਂ, ਇਹਦੇ ਉੱਤੇ ਇੱਕ ਟਿੱਪਣੀ ਦਿਓ। ਫਿਰ ਮੈਨੂੰ ਸਭ ਤੋਂ ਜ਼ਿਆਦਾ ਦਿਲਚਸਪੀ ਇਸ ਗੱਲ 'ਚ ਵੀ ਆ ਕਿ ਪੰਜਾਬ ਦੋਹਰੀ ਨਹੀਂ ਚੌਰੀ ਮਾਰ ਹੇਠਾਂ, ਨਸ਼ੇ ਵੀ ਨੇ, ਹਾਰਟ ਅਟੈਕ ਵੀ ਹੋ ਰਹੇ ਨੇ, ਔਰ ਜਿਸ ਤਰੀਕੇ ਨਾਲ ਸਾਡੇ ਇੱਥੇ ਗੈਂਗਸਟਰਿਜ਼ਮ ਔਰ ਨਾਲ ਦੀ ਨਾਲ ਹੁਣ ਇਹ ਨਵੇਂ ਵਰਤਾਰੇ, ਕਿੱਥੇ ਕਿੱਥੇ ਜਾ ਕੇ ਤੁਸੀਂ ਭੱਜ ਲਓਗੇ, ਕਿੱਥੇ ਬਚ ਲਓਗੇ, ਇਹ ਕਾਲ ਚੜਿਆ ਹੁੰਦਾ ਹੈ, ਇਹਨੂੰ ਕਿਵੇਂ ਠੱਲਿਆ ਜਾਊ, ਇਹ ਸਾਰੇ ਸਵਾਲ ਨੇ। ਰੰਧਾਵਾ ਸਾਹਿਬ, ਤੁਸੀਂ ਬਿਲਕੁਲ ਠੀਕ ਹੈ। ਮੈਂ ਸ਼ਾਇਦ ਤੁਹਾਨੂੰ ਯਾਦ ਹੋਊਗਾ, ਮੈਂ ਕੱਲ ਵੀ ਇਹ ਗੱਲ ਕਹੀ ਸੀ ਕਿ ਪੇਰੈਂਟਸ ਨੂੰ ਹੁਣ ਬਹੁਤ ਧਿਆਨ ਦੇਣ ਦੀ ਲੋੜ ਹੈ। ਕੱਲ ਆਪਣੇ ਇਸੇ ਪ੍ਰੋਗਰਾਮ 'ਚ ਮੈਂ ਆਪਣੀ ਗੱਲ ਇਸੇ ਤੋਂ ਹੀ ਸ਼ੁਰੂ ਕੀਤੀ ਸੀਗੀ, ਤੇ ਉਹ ਮੈਂ ਉਸ ਖਬਰ ਤੋਂ ਉਹਦਾ ਅੰਦਾਜ਼ਾ ਲਿਆ ਸੀ ਵੀ ਜਿਹਦੇ ਵਿੱਚ ਕੱਲ ਜਿੰਨੇ ਵੀ ਬੰਦੇ ਪੁਲਿਸ ਨੇ ਡਿਟੇਨ ਕੀਤੇ ਪਰਸੋਂ ਚੌਥੇ ਜਾਂ ਹੁਣ ਤੱਕ ਜਿੰਨੇ ਕਰ ਚੁੱਕੀ ਹੈ, ਉਹਦੇ 'ਚ 12ਵੀਂ 'ਚ ਪੜ੍ਹਦੇ ਹੋਏ 4 ਬੱਚੇ ਵੀ ਸ਼ਾਮਲ ਨੇ ਜਿਹੜੇ 12ਵੀਂ 'ਚ ਪੜ੍ਹਦੇ ਆ, ਔਰ 24 ਤਰੀਕ ਪਰਸੋਂ ਜਾਂ ਕੱਲ ਉਹਨਾਂ ਦਾ ਪੇਪਰ ਵੀ ਸੀਗਾ, ਤੇ ਉਹ ਬੱਚੇ ਵੀ ਸ਼ਾਮਿਲ ਨੇ। ਇਸ ਕਰਕੇ ਮੈਂ ਕੱਲ ਕਹਿ ਰਿਹਾ ਸੀ ਕਿ ਪੇਰੈਂਟਸ ਨੂੰ ਹੁਣ ਬਹੁਤ ਖਿਆਲ ਰੱਖਣ ਦੀ ਲੋੜ ਹੈ ਇਹਦੇ ਵਿੱਚ। ਜਿਹੜੀ ਤੁਸੀਂ ਗੱਲ ਕੀਤੀ ਕਿ ਜੀ ਉਹ ਨੰਗੀਆਂ ਤਲਵਾਰਾਂ ਲੈ ਕੇ ਮਤਲਬ ਘੁੰਮ ਰਹੇ ਆ ਬੱਚੇ, ਯੰਗਸਟਰ, ਉਹਦੇ 'ਚ ਮੈਂ ਤੁਹਾਨੂੰ ਇੱਕ ਬਹੁਤ ਨਵੇਕਲਾ ਜਿਹਾ ਪੁਆਇੰਟ ਦੱਸ ਰਿਹਾ। ਪਤਾ ਨਹੀਂ ਮੈਨੂੰ ਇਹ ਕੀ ਨਾਮ ਹੈ, ਇਹ ਹੋਰ ਵੀ ਕਿਤੇ ਹੈ ਜਾਂ ਮੈਨੂੰ ਮੋਹਾਲੀ ਹੀ ਪਤਾ ਚੱਲਿਆ। ਮੋਹਾਲੀ ਜਦੋਂ ਤੁਹਾਨੂੰ ਯਾਦ ਹੋਊਗਾ ਜਿਸ ਦਿਨ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕੀਤਾ ਗਿਆ, ਉਸ ਦਾ ਰੋਸ ਵਜੋਂ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਸੀ, ਉਹ ਸਾਰੇ ਦੇ ਸਾਰੇ ਫਿਰ ਮਾਰਚ ਕਰਦੇ ਹੋਏ ਸਿੰਘ ਸ਼ਹੀਦਾਂ ਗੁਰਦੁਆਰੇ ਵਾਲੇ ਚੌਂਕ ਦੇ ਵਿੱਚ ਜਾ ਕੇ ਬੈਠ ਗਏ ਸੀ, ਔਰ 2-3 ਦਿਨ ਲਗਾਤਾਰ ਉੱਥੇ ਬੈਠੇ ਰਹੇ। ਕੱਲ ਪੁਲਿਸ ਨੇ ਉਹਨਾਂ ਨੂੰ ਪਰਸੋਂ ਉਠਾਇਆ ਸੀ। ਉਹਦੇ ਵਿੱਚ ਇੱਕ ਮੇਰੇ ਫਰੈਂਡ ਨੇ ਜਦੋਂ ਮਤਲਬ ਉਹਨਾਂ ਨੂੰ ਕਿਹਾ ਕਿ ਯਾਰ ਆਪਾਂ ਉੱਥੇ ਚੱਲਣਾ ਹੈ, ਤਾਂ ਮੈਂ ਉਹਨਾਂ ਨੂੰ ਵੀ ਇਹੀ ਸਵਾਲ ਸੀ, ਯਾਰ ਵੀ ਕਿਉਂ ਤੁਸੀਂ ਇਹਦੇ ਜਾ ਰਹੇ ਹੋ, ਬੱਚਿਆਂ ਨੂੰ ਵੀ ਥੋੜਾ ਜਿਹਾ ਖਿਆਲ ਰੱਖੋ। ਉਹ ਕਹਿੰਦੇ ਬੱਚਿਆਂ ਲਈ ਤਾਂ ਫੋਟੋ ਖਿਚਵਾਣੀ ਹੈ ਇਹ, ਤਾਂ ਕੀ ਕਹਿੰਦਾ ਵੀ ਫਿਰ ਤੁਸੀਂ ਇਹ ਅਖਬਾਰ 'ਚ ਛਾਪ ਦਿਓ, ਔਰ ਅਸੀਂ ਫਿਰ ਉੱਥੇ ਆਪਣੀ ਅਸਾਈਲਮ ਦੀ ਬਾਹਰ ਜਾ ਕੇ ਇਹ ਫਾਈਲ ਲਗਾ ਲਾਂਗੇ। ਦੇਖੋ ਇਹ ਕਿੱਡਾ ਅਜੀਬ ਜਿਹਾ ਮਤਲਬ ਉਹ ਆ ਗਿਆ ਬਾਹਰ ਜਾਣ ਦਾ, ਕਿ ਮੈਂ ਕਿਸੇ ਤਰ੍ਹਾਂ ਵੀ ਬਾਹਰ ਚਲਾ ਜਾਵਾਂ, ਚਾਹੇ ਅਸਾਈਲਮ ਲੈ ਕੇ ਹੀ ਚਲਾ ਜਾਵਾਂ, ਇਸ ਤਰ੍ਹਾਂ ਦੀ ਉਹ ਆੜ ਦੇ ਵਿੱਚ ਹੀ ਚਲਾ ਜਾਵਾਂ। ਦੇਖੋ ਇਹ ਬਹੁਤ ਸੀਰੀਅਸ ਗੱਲ ਹੈ। ਜਿਹੜੀ ਗੱਲ ਤੁਸੀਂ ਕਹੀ ਬਿਲਕੁਲ ਠੀਕ, ਕਿ ਅੱਜ ਕੱਲ ਬਹੁਤ ਕਮਾਲ ਦੇ ਅੰਕੜੇ ਜਿਹੜੇ ਵਿਧਾਨ ਸਭਾ ਦੇ ਵਿੱਚ ਰੱਖੇ ਗਏ ਆ, ਉਸ ਤੋਂ ਬਹੁਤ ਡਰ ਲੱਗ ਰਿਹਾ ਹੈ ਆਪਣੇ ਬੱਚਿਆਂ ਜਾਂ ਆਪਣੇ ਭਾਈ ਭਤੀਜਿਆਂ ਦੇ ਬੱਚਿਆਂ ਸਭ ਦੇ ਵਾਸਤੇ ਕਿ ਯਾਰ ਕਿੱਧਰ ਨੂੰ ਜਾ ਰਹੇ ਹਾਂ ਅਸੀਂ। ਸਭ ਤੋਂ ਪਹਿਲਾਂ ਇਹ ਜਦੋਂ ਡਰੱਗਸ ਦੇ ਉੱਤੇ ਬਹਿਸ ਸੀ, ਹੋਈ ਨਹੀਂ ਇਹ ਬਹਿਸ ਕਿਉਂਕਿ ਓਪੋਜੀਸ਼ਨ ਹੈ ਨਹੀਂ ਸੀ ਬਿਲਕੁਲ ਵੀ, ਨਾ ਕਾਂਗਰਸ ਸੀ ਨਾ BJP ਵਾਲੇ ਸੀ, ਸਿਰਫ ਅਕਾਲੀ ਦਲ ਦੇ 2 ਮੈਂਬਰ ਸੀ ਔਰ ਇੱਕ BJP ਦਾ ਮੈਂਬਰ ਸੀ, BSP ਦਾ ਮੈਂਬਰ ਸੀ।
ਤੇ ਇਸ ਕਰਕੇ ਬਹਿਸ ਨਹੀਂ ਹੋਈ। ਸਿਰਫ ਹੈਲਥ ਮਿਨਿਸਟਰ ਨੇ ਇੱਕ ਸਟੇਟਮੈਂਟ ਰੱਖੀ ਆਪਣੀ ਟੋਟਲ ਡਰੱਗਸ ਨੂੰ ਲੈ ਕੇ। ਉਹਦੇ 'ਚ ਜਿਹੜਾ ਉਹਨਾਂ ਨੇ ਇੱਕ ਅੰਕੜਾ ਦਿੱਤਾ ਹੈ ਕਿ 10 ਲੱਖ ਦੇ ਕਰੀਬ ਜਿਹੜੇ ਬੱਚੇ ਹੈਗੇ ਹੈ, ਉਹ ਪੰਜਾਬ ਦੇ ਸਰਕਾਰੀ ਤੇ ਗੈਰ ਸਰਕਾਰੀ ਜਿਹੜੇ ਸੈਂਟਰ ਬਣੇ ਹੋਏ ਨੇ, ਨਸ਼ਾ ਛੁਡਾਊ ਕੇਂਦਰ ਬਣੇ ਨੇ, ਉਹਨਾਂ 'ਚ ਇਲਾਜ ਕਰਵਾ ਰਹੇ ਨੇ। ਇਹ ਤਾਂ ਉਹ ਨੇ ਜਿਹੜੇ ਇਲਾਜ ਕਰਵਾ ਰਹੇ ਨੇ, ਆਇਡੈਂਟੀਫਾਈਡ ਨੇ। ਦੇਖੋ ਮੇਰੇ ਖਿਆਲ ਜਿਹੜੇ ਇਲਾਜ ਨਹੀਂ ਕਰਵਾ ਰਹੇ ਉਹਨਾਂ ਦੀ ਗਿਣਤੀ ਹੋ ਸਕਦਾ ਇਸ ਤੋਂ ਵੀ ਕਿਤੇ ਜ਼ਿਆਦਾ ਹੋਵੇ। ਇਸੇ ਤਰ੍ਹਾਂ ਦਾ ਇੱਕ ਹੋਰ ਅਨਸਟਾਰਡ ਸਵਾਲ ਇੱਕ ਲੱਗਿਆ ਹੋਇਆ ਸੀ, ਉਹ ਕਿਉਂਕਿ ਆਇਆ ਨਹੀਂ, ਉਸ 'ਚ ਆ ਨਹੀਂ ਸਕਦਾ ਹੁੰਦਾ ਅਨਸਟਾਰਡ ਸਵਾਲ। ਤਾਂ ਸਿਫਰ ਕਾਲ ਦੇ ਵਿੱਚ ਜਿਹੜਾ ਤਰਨਤਾਰਨ ਦੇ ਐਮਐਲਏ ਨੇ ਉਠਾਇਆ ਸਵਾਲ ਇਹ। ਉਹਨਾਂ ਨੇ ਕਿਹਾ ਕਿ ਜੀ ਮੇਰੇ ਕੋਲ ਇੱਕ ਅੰਕੜਾ ਆਇਆ ਹੈ, ਜੋ ਮੈਂ ਪੁੱਛਿਆ ਸੀ ਵੀ ਹਾਰਟ ਅਟੈਕ ਨਾਲ ਕਿੰਨੇ ਬੰਦੇ ਮਰਦੇ ਆ, ਤਾਂ ਬਹੁਤ ਹੀ ਭਿਆਨਕ ਅੰਕੜਾ ਦਿੱਤਾ ਹੈ। ਉਹ ਹੈ ਵੀ 4,67,000 ਬੰਦਾ ਮਰ ਗਿਆ। ਮਤਲਬ ਇਹ ਐਡੀ ਵੱਡੀ ਸੰਖਿਆ ਹੈ। 10 ਸਾਲ 2010 ਤੋਂ ਲੈ ਕੇ 2022 ਤੱਕ, ਸੌਰੀ ਬਸ 12 ਸਾਲ ਦੇ ਵਿੱਚ ਇੰਨਾ ਬੰਦਾ ਪੰਜਾਬ ਦੇ ਵਿੱਚ ਮਰ ਜਾਣਾ, ਇਹ ਆਪਣੇ ਆਪ 'ਚ ਦੇਖੋ ਤੁਸੀਂ। ਅਸੀਂ ਦੋ ਤਿੰਨ ਕਾਰਨ ਦੱਸੇ ਆ ਉਹਨਾਂ ਨੇ, ਇਹਦੇ ਵੀ ਹਾਈਪਰਟੈਂਸ਼ਨ ਹੈ, ਸਟ੍ਰੈਸ ਹੈ, ਹੋਰ ਵੀ, ਔਰ ਖਾਣ ਪਾਣ ਹੈ। ਸਾਡਾ ਖਾਣ ਪਾਣ ਦੇ ਵੀ ਤਾਂ ਉਹਨਾਂ ਨੇ ਜ਼ਿਕਰ ਕੀਤਾ ਵੀ ਸਾਡਾ ਖਾਣ ਪਾਣ ਵੀ ਹੁਣ ਸਹੀ ਨਹੀਂ ਰਹਿ ਗਿਆ। ਤੀਸਰਾ ਇੱਕ ਅੰਕੜਾ ਵਿਧਾਨ ਸਭਾ ਦੇ ਵਿੱਚ ਹੀ ਪੇਸ਼ ਹੋਇਆ, ਲੇਕਿਨ ਉਹ ਪਿਛਲੀ ਵਾਰੀ ਹੋਇਆ ਸੀ, ਇਸ ਵਾਰ ਨਹੀਂ ਹੋਇਆ। ਉਹ ਹੋਇਆ ਸੀ ਕਿ ਸਾਡੇ ਪੰਜਾਬ 'ਚ ਹਰ ਰੋਜ਼ 12 ਬੰਦੇ ਸਿਰਫ ਐਕਸੀਡੈਂਟਾਂ ਨਾਲ ਮਰ ਰਹੇ ਆ। ਐਕਸੀਡੈਂਟਾਂ ਨਾਲ ਤੁਸੀਂ ਦੇਖੋ, 12 ਬੰਦੇ ਦਾ ਮਤਲਬ 12 ਬੰਦਿਆਂ ਦਾ ਮਤਲਬ ਇਹ ਹੈਗਾ ਕਿ ਲਗਭਗ 4000 ਬੰਦਾ ਸਾਲ ਦਾ ਅਸੀਂ ਮਤਲਬ ਰੋਡਸ ਤੇ ਮਰ ਜਾਂਦਾ ਹੈ। ਇਹ ਉਹ ਹੈ ਜਿਹੜਾ ਰਿਪੋਰਟ ਹੋ ਜਾਂਦਾ ਹੈ। ਮੈਨੂੰ ਲੱਗਦਾ ਕਿ ਅਨਰਿਪੋਰਟਡ ਵੀ ਹੋਊਗਾ, ਜਿਹੜਾ ਨਹੀਂ ਹੋ ਸਕਦਾ। ਅਗਰ ਉਹਨੂੰ ਵੀ ਅਸੀਂ ਵਿੱਚ ਲਗਾ ਲਈਏ ਤੇ ਸ਼ਾਇਦ 12 ਦੀ ਬਜਾਏ 15 ਵੀ ਹੋ ਸਕਦੇ ਆ। ਸੋ ਤੁਸੀਂ ਇਹਨੂੰ ਸਾਰਿਆਂ ਨੂੰ ਇਕੱਠਾ ਕਰਕੇ ਦੇਖੋ ਤਾਂ ਮਾਪਿਆਂ ਦੇ ਮਨਾਂ ਦੇ ਵਿੱਚ ਇੱਕ ਡਰ ਤਾਂ ਆ ਹੀ ਚੁੱਕਿਆ ਯਾਰ ਕਿ ਪੰਜਾਬ ਕਿਸ ਦਿਸ਼ਾ ਵੱਲ ਵੱਧ ਰਿਹਾ ਹੈ, ਕਿ ਸਾਡੇ ਬੱਚੇ ਇੱਥੇ ਹੁਣ ਸੇਫ ਹੈ ਕਿ ਨਹੀਂ ਹੈ। ਇਸੇ ਕਰਕੇ ਹਰ ਰੋਜ਼ ਮਤਲਬ ਇਹ ਕੋਸ਼ਿਸ਼ ਹੋ ਰਹੀ ਹੈ ਵੀ ਕਿਸੇ ਤਰ੍ਹਾਂ ਬੱਚਾ ਵਿਦੇਸ਼ਾਂ 'ਚ ਭੇਜਤਾ ਜਾਏ, ਸ਼ਾਇਦ ਉੱਥੇ ਸਿਕਿਉਰ ਹੋਏ। ਤਾਂ ਕਿਹੜੇ ਕਿਹੜੇ ਸਾਧਨ ਨੇ ਜਿਹੜੇ ਮੈਂ ਮਤਲਬ ਕਹਿ ਨਹੀਂ ਸਕਦਾ ਇੱਥੇ ਵੀ ਡੋਂਕੀ ਲਗਾ ਕੇ ਵੀ ਚਲੇ ਜਾਓ, ਚਾਹੇ ਇਸ ਤਰ੍ਹਾਂ ਦਾ ਜਿਹੜਾ ਹੁਣ ਮੈਂ ਤੁਹਾਨੂੰ ਆ ਦੱਸਿਆ ਅਸਾਈਲਮ ਲਈ ਕੀ ਕੀ ਕੀਤਾ ਜਾ ਰਿਹਾ ਹੈ, ਇਸ ਤਰ੍ਹਾਂ ਦੇ ਵੀ ਸਾਧਨ ਆ ਗਏ ਹੈ। ਭੈਣ ਭਰਾਵਾਂ ਦੇ ਵਿਆਹ ਪਹਿਲਾਂ ਆਉਂਦੇ ਹੁੰਦੇ ਸੀਗੇ, ਕਈ ਖਬਰਾਂ ਨਸ਼ਰ ਹੋਈਆਂ ਸੀਗੀਆਂ ਕਿ ਸਾਡੇ ਮਾਲਵੇ 'ਚ ਤਾਂ ਇਹ ਕਈ ਕੇਸ ਆਏ ਇਦਾਂ ਦੇ ਕਿ ਭੈਣ ਭਰਾ ਆਪਸ 'ਚ ਹੀ ਵਿਆਹ ਕਰਾ ਕੇ ਚਲੇ ਗਏ। ਸੋ ਇਸ ਤਰ੍ਹਾਂ ਦੇ ਕਈ ਕੇਸਿਸ ਨੇ ਵੀ ਬਾਹਰ ਕਿਸੇ ਨਾ ਕਿਸੇ ਤਰ੍ਹਾਂ ਭੇਜਤਾ ਜਾਏ। ਪਹਿਲਾਂ ਇੱਕ ਆਰਬੀਆਈ ਨੇ ਇੱਕ ਅੰਕੜਾ ਦਿੱਤਾ ਸੀਗਾ, ਕਾਫੀ 10 ਸਾਲ ਪਹਿਲਾਂ ਦਾ ਇਹ ਅੰਕੜਾ ਹੈ, ਹੁਣ ਮੈਨੂੰ ਨਹੀਂ ਪਤਾ ਕਿਉਂਕਿ ਹੁਣ ਸਥਿਤੀ ਰਿਵਰਸ ਹੋ ਚੁੱਕੀ ਹੈ। ਉਹਨਾਂ ਨੇ ਇੱਕ ਅੰਕੜਾ ਦਿੱਤਾ ਸੀ ਕਿ ਕੇਰਲ ਤੋਂ ਬਾਅਦ ਪੰਜਾਬ ਦੂਸਰਾ ਇੱਕ ਇਹੋ ਜਿਹਾ ਰਾਜ ਹੈ ਜਿਸ 'ਚ 25,000 ਕਰੋੜ ਰੁਪਇਆ ਵਿਦੇਸ਼ਾਂ ਤੋਂ ਇੱਥੇ ਆਂਦਾ। ਜਿਹੜੇ ਬੱਚੇ ਉੱਥੇ ਗਏ ਹੋਏ ਆ ਉਹ ਆਪਣੇ ਪੇਰੈਂਟਸ ਨੂੰ ਇੱਥੇ ਭੇਜਦੇ ਆ। ਪਰ ਮੈਨੂੰ ਲੱਗਦਾ ਕਿ ਹੁਣ ਸਥਿਤੀ ਉਲਟੀ ਹੋ ਗਈ ਹੈ। ਹੁਣ ਜ਼ਮੀਨਾਂ ਵੇਚ ਕੇ ਉੱਥੇ, ਘਰ ਵੇਚ ਕੇ ਉੱਥੇ ਜਾ ਰਹੇ ਹੈ ਤੇ ਸ਼ਾਇਦ ਇਹ 25,000 ਕਰੋੜ ਆ ਨਹੀਂ ਰਿਹਾ, 25,000 ਜਾਂ ਇਸ ਤੋਂ ਜ਼ਿਆਦਾ ਕਰੋੜ ਬਾਹਰ ਜਾ ਰਿਹਾ ਹੈ। ਇਹ ਬਹੁਤ ਸੀਰੀਅਸ ਡਿਬੇਟ ਦੇ ਇਸ਼ੂ ਸੀਗੇ, ਲੇਕਿਨ ਮੈਨੂੰ ਹੈਰਾਨੀ ਹੈ ਕਿ ਕੱਲ ਵਿਧਾਨ ਸਭਾ ਦੇ ਵਿੱਚ ਇਸ ਤਰ੍ਹਾਂ ਦੇ ਇਸ਼ੂਜ਼ ਤੇ ਨਾ ਤਾਂ ਕੋਈ ਡਿਬੇਟ ਹੋਈ, ਸਿਰਫ ਪੁਆਇੰਟ ਆਊਟ ਹੋਏ ਨੇ। ਅਗਰ ਡਿਬੇਟ ਹੁੰਦੀ ਤਾਂ ਜ਼ਿਆਦਾ ਲੋਕ ਇਹਦੇ ਵਿੱਚ ਸ਼ਾਮਲ ਹੁੰਦੇ, ਹੋਰ ਵੀ ਕਾਰਨ ਦੱਸ ਸਕਦੇ ਸੀਗੇ, ਪਰ ਇਹ ਹੋਈ ਨਹੀਂ। ਇਹ ਇੱਕ ਤਰਾਸਦੀ ਰਹੀ ਹੈ ਮੈਨੂੰ ਲੱਗਦਾ ਹੈ ਦੋਨੋਂ ਤਰਫ ਤੋਂ, ਸਰਕਾਰ ਦੀ ਤਰਫ ਤੋਂ ਵੀ ਆਪੋਜੀਸ਼ਨ ਦੀ ਤਰਫ ਤੋਂ ਵੀ। ਟੋਟਲ ਪੋਲਿਟਿਕਸ ਹੁੰਦੀ ਹੈ ਔਰ ਹਰ ਚੀਜ਼ ਇੱਥੇ ਪੋਲਿਟਿਕਸ ਵਿੱਚ ਲਪੇਟ ਦਿੱਤੀ ਜਾਂਦੀ ਹੈ। ਤੁਸੀਂ ਇਹਦੇ ਚੋਂ ਉਹ ਕਿੰਨਾ ਵੀ ਘਿਨਾਉਣਾ ਵਰਤਾਰਾ ਹੋਵੇ, ਉਹਦੇ ਚੋਂ ਕਿੱਦਾਂ ਨਿਕਲ ਕੇ ਆਉਣਾ, ਅੱਜ ਕੱਲ ਇਹ ਗਿਣਤੀਆਂ ਮਿਣਤੀਆਂ ਹੁੰਦੀਆਂ ਰਹਿੰਦੀਆਂ। ਅਸੀਂ ਵਿਰੋਧੀਆਂ ਨੂੰ ਚਿੱਤ ਕਿਵੇਂ ਕਰਨਾ ਤੇ ਆਪਣੇ ਆਪ ਨੂੰ ਸੱਤਾ 'ਚ ਕਿਵੇਂ ਲਿਆਉਣਾ। ਹੁਣ ਸੱਤਾਧਾਰੀ ਕਿਸ ਟਰੈਪ 'ਚ ਫਸ ਜਾਂਦੇ ਆ ਇਹ ਨਹੀਂ ਪਤਾ ਲੱਗਦਾ। ਸੱਤਾਧਾਰੀ ਪੰਜਾਬ ਨੂੰ ਇਹਦੀ ਸਾਈਕੀ ਦੇ ਸੰਦਰਭ ਵਿੱਚ ਕਿਉਂ ਨਹੀਂ ਐਡਰੈਸ ਕਰ ਪਾਉਂਦੇ, ਇਹ ਵੀ ਸਵਾਲ ਹੈ। ਅਕਾਲੀਆਂ ਵੇਲੇ 10 ਸਾਲ, ਉਸ ਤੋਂ ਬਾਅਦ ਉਸ ਤੋਂ ਪਹਿਲਾਂ ਕੈਪਟਨ, ਉਸ ਤੋਂ ਬਾਅਦ ਫਿਰ ਕੈਪਟਨ, ਹਮੇਸ਼ਾ ਇੱਕ ਨੈਰੇਟਿਵ ਸਟੇਟ ਦਾ ਉਹ ਅਜੀਬ ਤਰ੍ਹਾਂ ਦਾ ਬਣ ਜਾਂਦਾ ਹੈ। ਹੁਣ ਇਹਨਾਂ ਨੂੰ ਕਿੱਦਾਂ ਐਡਰੈਸ ਕਰਾਂਗੇ ਇਹ ਸਮਝ ਨਹੀਂ ਆਉਂਦੀ। ਵਿਧਾਨ ਸਭਾਵਾਂ ਸੁੰਨੀਆਂ ਹੋ ਜਾਂਦੀਆਂ ਕਿਉਂਕਿ ਵਿਰੋਧੀ ਜਿਹੜੇ ਆ ਉਹ ਵਾਕਆਊਟ ਕਰ ਜਾਂਦੇ ਆ ਜਾਂ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ। ਸਾਡੀ ਲੜਾਈ ਇਸ ਗੱਲ ਤੇ ਵੀ ਆਣ ਕੇ ਸਿਮਟ ਜਾਂਦੀ ਆ ਕਿ ਸਾਡੇ ਤੇ ਕੈਮਰਾ ਕਿਉਂ ਨਹੀਂ। ਕੱਲ ਇੱਕ ਰੌਲਾ ਭਾਸਕਰ ਸਾਹਿਬ ਉੱਥੇ ਇਹ ਵੀ ਪਿਆ ਕਿ ਸਪੀਕਰ ਸਾਹਿਬ ਤੁਹਾਡੀ ਜਿਹੜੀ ਜਿੱਥੋਂ ਕੰਟਰੋਲ ਹੋ ਰਿਹਾ ਕੈਮਰਾਜ਼, ਉੱਥੇ ਬਾਹਰਲੇ ਬੰਦੇ ਬੈਠੇ ਆ। ਹੁਣ ਇਹਦੇ ਵਿੱਚ ਇੱਕ ਅਨਿਕੇਤ ਨਾਂ ਦੇ ਬੰਦੇ ਦਾ ਜ਼ਿਕਰ ਕਰਕੇ ਸਾਰਾ ਰੌਲਾ ਪੈ ਗਿਆ ਜੀ।
ਵਰਿੰਦਰਮੀਤ ਸਿੰਘ ਪਾੜਾ ਉਹ ਅੰਦਰ ਵੀ ਚਲੇ ਗਏ। ਸਪੀਕਰ ਨੂੰ ਇਹ ਕਹਿਣਾ ਪੈ ਗਿਆ ਕਿ ਤੁਸੀਂ ਕੰਮ 'ਚ ਦਖਲ ਦੇ ਰਹੇ ਹੋ, ਮੁਲਾਜ਼ਮਾਂ ਦੇ ਕੰਮ 'ਚ ਦਖਲ, ਇਹਦੇ 'ਚ ਇਹਨੂੰ ਪ੍ਰਿਵਿਲੇਜ ਕਮੇਟੀ 'ਚ ਲਿਆਂਦਾ ਜਾ ਸਕਦਾ। ਬਾਜਵਾ ਪਿਛਲੇ ਕਈ ਦਿਨਾਂ ਤੋਂ ਰੌਲਾ ਪਾ ਰਹੇ ਸੀਗੇ ਅੰਦਰ ਵੀ ਤੇ ਬਾਹਰ ਵੀ ਕਿ ਕੈਮਰੇ, ਜਦੋਂ ਸਾਡੀ ਵਾਰੀ ਆਉਂਦੀ ਆ ਕੈਮਰੇ ਕਿਉਂ ਨਹੀਂ ਸਾਡੇ ਵੱਲ ਆਉਂਦੇ, ਤੇ ਉੱਥੇ ਜਿਹੜਾ ਵਿਅਕਤੀਗਤ ਤੌਰ ਤੇ ਤੁਸੀਂ ਕੈਮਰੇ ਫੋਕਸ ਕਰ ਦਿੰਦੇ ਹੋ ਸੱਤਾਧਾਰੀ ਧਿਰ ਵੱਲ, ਕੋਈ ਵੀ ਬੋਲ ਰਿਹਾ ਹੋਵੇ। ਸੋ ਜਦੋਂ ਸਾਡੀ ਲੜਾਈ ਇਸ ਹੱਦ ਤੱਕ ਚਲੇ ਜਾਵੇ, ਸੋ ਭਾਸਕਰ ਸਾਹਿਬ ਇਹ ਮਾਮਲਾ ਵੀ ਐਡਰੈਸ ਕਰ ਦਿਓ ਕਿ ਰਾਜਨੀਤੀ ਬੜੀ ਛੋਟੇ ਹਥਿਆਰਾਂ ਤੇ ਆ ਗਈ ਆ, ਬਹੁਤ ਹਲਕੇ ਪੱਧਰ ਤੇ ਆ ਗਈ। ਜਿਸ ਤਰੀਕੇ ਨਾਲ ਕੱਲ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਜਦ ਕੰਮ ਰੋਕੋ ਪ੍ਰਸਤਾਵ ਲੈ ਕੇ ਆਏ ਸੀਗੇ ਔਰ ਉਹਨਾਂ ਦੇ ਮਾਈਕ ਨੂੰ ਮਿਊਟ ਕਰ ਦਿੱਤਾ ਗਿਆ ਸੀਗਾ, ਤੇ ਇਹ ਰੋਲਾ ਤਦ ਵੀ ਪਿਆ ਸੀ। ਔਰ ਪਿਛਲੇ ਦਿਨਾਂ ਦੇ ਵਿੱਚ ਜਦ ਸੈਸ਼ਨ ਚੱਲ ਰਿਹਾ ਸੀਗਾ, ਉਹਨਾਂ ਦਿਨਾਂ ਦੇ ਵਿੱਚ ਵੀ ਛੋਟੇ ਦਿਖਾਣਾ ਆਪੋਜੀਸ਼ਨ ਲੀਡਰਸ ਨੂੰ, ਔਰ ਜਦ ਸੱਤਾ ਪੱਖ ਦੇ ਲੋਕਾਂ ਨੂੰ ਕੈਮਰਾ ਦਿਖਾਉਂਦਾ ਹੈ ਤੇ ਉਹ ਬੜਾ ਵੱਡਾ ਕਰਕੇ ਦਿਖਾਉਂਦਾ ਹੈ। ਇਹ ਮੁੱਦਾ ਕਾਫੀ ਟਾਈਮ ਤੋਂ ਚੱਲ ਰਿਹਾ ਸੀ, ਇਸ ਮੁੱਦੇ ਦੇ ਉੱਤੇ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਸੀਗਾ। ਲੇਕਿਨ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਕੱਲ ਜਦ ਕੰਮ ਰੋਕੋ ਪ੍ਰਸਤਾਵ ਲਿਆਏ ਔਰ ਉਹਨਾਂ ਨੇ ਕਿਹਾ ਕਿ ਲਾਅ ਐਂਡ ਆਰਡਰ ਦੇ ਮੁੱਦੇ ਦੇ ਉੱਤੇ ਡਿਸਕਸ਼ਨ ਹੋਣੀ ਚਾਹੀਦੀ ਹੈ, ਤੇ ਉਹਨਾਂ ਦਾ ਮਾਈਕ ਮਿਊਟ ਕਰ ਦਿੱਤਾ ਗਿਆ। ਰੋਲਾ ਕਾਫੀ ਦੇਰ ਤੱਕ ਤੇ ਇਸ ਗੱਲ ਤੇ ਵੀ ਪੈਂਦਾ ਰਿਹਾ ਕਿ ਮੇਰਾ ਮਾਈਕ ਕਿਉਂ ਮਿਊਟ ਕੀਤਾ ਹੈ, ਔਰ ਜਦ ਸਪੀਕਰ ਸਾਹਿਬ ਨੂੰ ਉਹਨਾਂ ਨੇ ਆਪਣੀ ਗੁਹਾਰ ਲਗਾਈ ਕਿ ਮੇਰਾ ਮਾਈਕ ਤੇ ਔਨ ਕਰੋ, ਮੈਂ ਕਹਿ ਤੇ ਪਾਵਾਂ ਕੁਝ, ਉਹਨਾਂ ਨੇ ਕਿਹਾ ਨਹੀਂ, ਤੁਹਾਡੀ ਗੱਲਾਂ ਦਾ ਜਵਾਬ ਤੁਹਾਨੂੰ ਲਿਖਿਤ ਰੂਪ ਵਿੱਚ ਦੇ ਦਿੱਤਾ ਜਾਏਗਾ। ਇਸ ਤੋਂ ਬਾਵਜੂਦ ਵੀ ਉਹਨਾਂ ਦਾ ਮਾਈਕ ਔਨ ਨਹੀਂ ਹੋਇਆ। ਇਹ ਮਾਈਕ ਦਾ ਰੋਲਾ ਲੋਕ ਸਭਾ ਦੇ ਵਿੱਚ ਵੀ ਪਿਆ ਹੈ। ਜਦ ਰਾਹੁਲ ਗਾਂਧੀ ਉਹਨਾਂ ਆਪਣੇ ਯੂਕੇ ਦੇ ਟੂਰ ਤੇ ਜਾਂਦੇ ਨੇ ਤੇ ਉੱਥੇ ਜਾ ਕੇ ਕੈਂਬਰਿਜ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਐਡਰੈਸ ਕਰਦੇ ਹੋਏ ਇਹ ਗੱਲ ਕਹਿ ਜਾਂਦੇ ਨੇ ਕਿ ਲੋਕ ਸਭਾ ਦੇ ਵਿੱਚ ਤੇ ਸਾਡੇ ਮਾਈਕ ਬੰਦ ਕਰ ਦਿੱਤੇ ਜਾਂਦੇ ਨੇ। ਹੁਣ ਵਿਧਾਨ ਸਭਾ ਦੇ ਵਿੱਚ ਵੀ ਮਾਈਕ ਬੰਦ ਕਰਨ ਦਾ ਮੁੱਦਾ ਉਛਲੇਗਾ ਜ਼ਰੂਰ। ਇਹਨਾਂ ਗੱਲਾਂ ਦੇ ਉੱਤੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਪੋਲਿਟਿਕਸ ਹੈ ਉਹ ਵਿਧਾਨ ਸਭਾ ਦੇ ਵਿੱਚ ਨਹੀਂ ਹੋਣੀ ਚਾਹੀਦੀ। ਹਰ ਕਿਸੇ ਨੂੰ ਮੌਕਾ ਦੇਣਾ ਚਾਹੀਦਾ ਹੈ। ਹਰ ਵਿਅਕਤੀ ਜਿਹੜਾ ਵਿਧਾਨ ਸਭਾ ਦੇ ਵਿੱਚ ਪਹੁੰਚਿਆ ਹੈ ਉਹ ਆਪਣੀ ਕਨਸਟੀਚੁਐਂਸੀ ਦੇ ਵਿੱਚ ਕਾਫੀ ਲੱਖ ਤੋਂ ਵੱਧ ਵੋਟਰਾਂ ਨੂੰ ਰਿਪਰੈਜ਼ੈਂਟ ਕਰਦਾ ਹੈ। ਐਦਾਂ ਦੇ ਹਾਲਾਤ ਦੇ ਵਿੱਚ ਇਸ ਤਰੀਕੇ ਦੀ ਪੋਲਿਟਿਕਸ ਕਰਨਾ ਔਰ ਉਸ ਕੰਟਰੋਲ ਰੂਮ ਦੇ ਵਿੱਚ ਦਿੱਲੀ ਵਾਲਿਆਂ ਦਾ ਬੈਠਣਾ, ਹਜੇ ਤੱਕ ਤੇ ਐ ਸੀ ਵੀ ਸਰਕਾਰ ਨੂੰ ਕੰਟਰੋਲ ਕਰਦੇ ਨੇ, ਹੁਣ ਵਿਧਾਨ ਸਭਾ ਨੂੰ ਵੀ ਕੰਟਰੋਲ ਦਿੱਲੀ ਵਾਲੇ ਕਰ ਰਹੇ ਨੇ। ਇਹ ਵੀ ਗੱਲ ਉਜਾਗਰ ਹੋਈ ਹੈ। ਇਸ ਮੁੱਦੇ ਦੇ ਉੱਤੇ ਅੱਗੇ ਚੱਲ ਕੇ ਹੋ ਹੱਲਾ ਕਾਫੀ ਹੋ ਸਕਦਾ ਹੈ। ਵਿਧਾਨ ਸਭਾ ਦੀ ਸੈਸ਼ਨ ਤੇ ਕੱਲ ਖਤਮ ਹੋ ਗਿਆ, ਪਰ ਇਹ ਸੈਸ਼ਨ ਤੋਂ ਬਾਹਰ ਇਹਨਾਂ ਗੱਲਾਂ ਨੂੰ ਸਿਆਸੀ ਤੌਰ ਤੇ ਉਠਾਇਆ ਜਾਏਗਾ ਔਰ ਉਠਾਉਣਾ ਚਾਹੀਦਾ ਵੀ ਹੈ, ਕਿਉਂਕਿ ਅਗਰ ਇਸ ਤਰੀਕੇ ਦੇ ਵਿਤਕਾਰੇ ਅਗਰ ਉੱਥੇ ਹੋ ਰਹੇ ਨੇ, ਵਿਧਾਨ ਸਭਾ ਦੇ ਵਿੱਚ ਹੋ ਰਹੇ ਨੇ, ਤੇ ਫਿਰ ਉਹ ਕੋਈ ਚੰਗੀ ਗੱਲ ਨਹੀਂ ਹੈ। ਇੰਦਰਪ੍ਰੀਤ ਜੀ, ਕੱਲ ਤੁਸੀਂ ਉੱਥੇ ਹੀ ਸੀਗੇ, ਇਹ ਕੀ ਮਾਮਲਾ ਸੀ? ਅਨਿਕੇਤ ਵਾਲਾ ਮਾਮਲਾ ਕਿਉਂ ਆਇਆ? ਵਰਿੰਦਰਮੀਤ ਪਾੜਾ ਕਿਉਂ ਗੁੱਸੇ 'ਚ ਸੀ? ਇਹ ਮਾਮਲਾ ਪ੍ਰਿਵਿਲੇਜ ਕਮੇਟੀ ਕੋਲ ਕਿਉਂ ਜਾਏਗਾ? ਆਖਰ ਉਹਨਾਂ ਨੂੰ ਨਹੀਂ ਦਿਖਾਇਆ ਜਾ ਰਿਹਾ, ਇਹ ਰੌਲੇ ਕਿਉਂ ਨੇ? ਅਸਲ 'ਚ ਇਹ ਰੰਧਾਵਾ ਸਾਹਿਬ ਹੋਇਆ ਕਿ ਜਿਹੜਾ ਇਸ਼ੂ ਆਇਆ ਇਹ ਉਠਾਉਣ ਦਾ, ਲਾਅ ਐਂਡ ਆਰਡਰ ਤੇ ਜਿਹੜਾ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਆਪਣਾ ਕੰਮ ਰੋਕੋ ਪ੍ਰਸਤਾਵ ਦਿੱਤਾ ਸੀ, ਤਾਂ ਇੱਕ ਪ੍ਰਥਾ ਹੈ ਸ਼ੁਰੂ ਤੋਂ ਹੀ ਚੱਲੀ ਆ ਰਹੀ ਹੈ। ਉਹ ਮੈਨੂੰ ਨਹੀਂ ਪਤਾ ਕਿ ਉਹਦੇ ਕੁਝ ਨਿਯਮ ਵੀ ਨੇ ਕਿ ਨਹੀਂ ਹੈ, ਲੇਕਿਨ ਇੱਕ ਪ੍ਰਥਾ ਜ਼ਰੂਰ ਹੈਗੀ ਹੈ ਕਿ ਪ੍ਰਸ਼ਨ ਕਾਲ ਤੋਂ ਪਹਿਲਾਂ ਕੁਝ ਵੀ ਨਹੀਂ ਲਿਆ ਜਾ ਸਕਦਾ। ਇਹ ਜਦੋਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਜਦੋਂ ਇਹ ਕਿਹਾ ਕਿ ਮੈਨੂੰ ਬੋਲਣ ਤਾਂ ਜਾਏ, ਉਹਨਾਂ ਨੇ ਕਿਹਾ ਵੀ ਤੁਹਾਨੂੰ ਦੇ ਦਿੱਤਾ ਜਾਏਗਾ ਬੋਲਣ, ਲੇਕਿਨ ਪ੍ਰਸ਼ਨ ਕਾਲ ਤੋਂ ਬਾਅਦ ਤੁਸੀਂ ਆਪਣਾ 0 ਆਵਰ ਜਿਹੜਾ ਹੁੰਦਾ ਉਸ 'ਚ ਗੱਲ ਰੱਖਿਓ ਹਜੇ, ਕਿਉਂਕਿ ਪ੍ਰਸ਼ਨ ਕਾਲ ਦੇ ਵਿੱਚ ਸਾਰੇ ਹੀ ਜਿਹੜੇ 117 ਦੇ 117 ਮੈਂਬਰ ਨੇ ਉਹਨਾਂ ਦੇ ਸਵਾਲ ਲੱਗੇ ਹੋਏ ਨੇ, ਸਵਾਲ ਰਹਿ ਜਾਣਗੇ, ਤੁਸੀਂ ਆਪਣੀ ਗੱਲ ਰੱਖਣੀ ਹੈ ਉਸ ਤੋਂ ਬਾਅਦ ਰੱਖ ਲਿਓ। ਇਹ ਪ੍ਰਥਾ ਨਹੀਂ ਹੈ, ਪਰ ਬਾਜਵਾ ਸਾਹਿਬ ਨਹੀਂ ਮੰਨੇ ਔਰ ਫਿਰ ਉਹ ਸਾਰੇ ਵੈਲ 'ਚ ਚਲੇ ਗਏ। ਉਹਨਾਂ ਨੇ ਸ਼ੋਰ ਮਚਾਉਣਾ ਸ਼ੁਰੂ ਕਰਤਾ, ਪਰ ਸ਼ੋਰ ਵਜੇ ਉਹਨਾਂ ਨੂੰ ਦਿਖਾਇਆ ਨਹੀਂ ਸੀ ਜਾ ਰਿਹਾ। ਤਾਂ ਉਦੋਂ ਹੀ ਸ਼ਾਇਦ ਕੋਈ ਫੋਟੋ ਇੱਕ ਆਇਆ ਜਿਹਦੇ ਵਿੱਚ ਜੋ ਵਰਿੰਦਰਮੀਤ ਪਾੜਾ ਹੋਰ ਦਿਖਾ ਰਹੇ ਸੀਗੇ, ਉਹ ਪ੍ਰੈਸ ਗੈਲਰੀ ਨੂੰ ਵੀ ਦਿਖਾ ਰਹੇ ਸੀਗੇ ਕਿ ਕੋਈ ਬੰਦਾ ਅੰਦਰ ਹੈ ਜੋ ਦਿੱਲੀ ਦੀ ਟੀਮ ਦਾ ਹੈ, ਉਹ ਡਿਸਾਈਡ ਕਰ ਰਿਹਾ ਹੈ ਕਿ ਕਿਹਦੇ ਉੱਤੇ ਕੈਮਰਾ ਮਾਰਨਾ ਹੈ, ਕਿਹਦੇ ਉੱਤੇ ਕੈਮਰਾ ਨਹੀਂ ਮਾਰਨਾ। ਉਹ ਫਟਾਫਟ ਭੱਜ ਕੇ 3-4 ਐਮਐਲਏ ਉਧਰ ਗਏ ਵੀ ਕੌਣ ਹੈ, ਲੇਕਿਨ ਉਦ ਤੱਕ ਉਹ ਸ਼ਾਇਦ ਜਾ ਚੁੱਕਿਆ ਸੀ। ਤਾਂ ਉਹਨਾਂ ਨੇ ਫਿਰ ਸ਼ੋਰ ਮਚਾਉਣਾ ਸ਼ੁਰੂ ਕਰਤਾ ਵੀ ਭੱਜ ਗਿਆ। ਤਾਂ ਫਿਰ ਉਹ ਕਾਫੀ ਅਗਰੈਸਿਵ ਹੋ ਗਏ, ਗੁੱਸੇ 'ਚ ਰਹੇ ਸਾਰੇ ਕਾਂਗਰਸ ਦੇ ਐਮਐਲਏ, ਔਰ ਫਿਰ ਉਹ ਲਗਭਗ ਬਾਈਕਾਟ ਕਰਕੇ ਚਲੇ ਗਏ, ਫਿਰ ਆਏ ਹੀ ਨਹੀਂ। ਤਾਂ ਇਹਦੇ ਵਿੱਚ ਦੇਖੋ, ਇਹ ਇਸ਼ੂ ਕੱਲਾ ਅੱਜ ਦਾ ਨਹੀਂ ਹੈ। ਮੈਂ ਪਿਛਲੇ ਕਈ ਸਾਲਾਂ ਤੋਂ ਵਿਧਾਨ ਸਭਾ ਕਵਰ ਕਰ ਰਿਹਾ। ਕਈ ਵਾਰੀ ਆਪੋਜੀਸ਼ਨ ਸਿਰਫ 1 ਮਿੰਟ ਬੋਲਣ ਲਈ ਮੰਗ ਰਹੀ ਹੁੰਦੀ ਹੈ ਤਾਂ ਸਪੀਕਰ ਉਹਨਾਂ ਨੂੰ ਉਹ ਟਾਈਮ 1 ਮਿੰਟ ਨਹੀਂ ਦਿੰਦੇ, ਔਰ ਉਹ ਬਹਿਸ ਬਸਾਈ ਦੇ ਵਿੱਚ ਜਿਹੜਾ ਟਾਈਮ ਹੈ ਉਹ 20-25 ਮਿੰਟ ਜ਼ਰੂਰ ਬਰਬਾਦ ਹੋ ਜਾਂਦਾ, ਪਰ 1 ਮਿੰਟ ਉਹਨਾਂ ਨੂੰ ਬੋਲਣ ਨਹੀਂ ਦਿੰਦੇ। ਤਾਂ ਕਈ ਚੀਜ਼ਾਂ ਏਦਾਂ ਦੀਆਂ ਨੇ ਜੋ ਹਜੇ ਵੀ ਮੈਨੂੰ ਲੱਗਦਾ ਵੀ ਅਸੀਂ ਲਕੀਰ ਦੇ ਫਕੀਰ ਵਾਂਗੂ ਹੀ ਚਲਾਈ ਜਾ ਰਹੇ। ਚੀਜ਼ਾਂ ਦਰੁਸਤ ਕਰ ਲੈਣੀਆਂ ਚਾਹੀਦੀਆਂ ਨੇ। ਇਹ ਸਾਰਿਆਂ ਨੂੰ, ਆਪੋਜੀਸ਼ਨ ਨੂੰ ਵੀ ਇਹ ਹੋਣਾ ਚਾਹੀਦਾ ਵੀ ਯਾਰ ਜਿਹੜਾ ਟਾਈਮ ਇਹਨਾਂ ਦਾ ਹੈਗਾ
ਆਪੋਜੀਸ਼ਨ ਦਾ ਹੈਗਾ ਉਹ ਸੌਰੀ ਜਿਹੜਾ ਟਾਈਮ ਪ੍ਰਸ਼ਨ ਕਾਲ ਦਾ ਹੈਗਾ ਉਸ 'ਚ ਤੁਸੀਂ ਘੱਟੋ ਘੱਟ ਡਿਸਟਰਬ ਨਾ ਕਰੋ, ਬਾਕੀ ਦੇ ਟਾਈਮ 'ਚ ਤੁਸੀਂ ਕਰ ਲਿਆ ਕਰੋ। ਲੇਕਿਨ ਇਹ ਨਹੀਂ ਕਰਦੇ ਤਾਂ ਕਰਕੇ ਇੰਨਾ ਬਖੇੜਾ ਪੈਂਦਾ। ਕੱਲ ਵੀ ਇਸੇ ਤਰ੍ਹਾਂ ਹੀ ਹੋਇਆ ਔਰ ਸਿਰਫ ਇੰਨਾ ਕਿ ਸਾਨੂੰ ਪਹਿਲਾਂ ਬੋਲ ਲੈਣ ਦਿਓ, ਉਸ ਚੱਕਰ 'ਚ ਤੁਸੀਂ ਦੇਖੋ ਸਾਰਾ ਬਿਜ਼ਨਸ ਜਿਹੜਾ ਹੈਗਾ ਉਹ ਖਰਾਬ ਹੋ ਗਿਆ। ਕੋਈ ਮਤਲਬ ਇਸ਼ੂ ਕਾਂਗਰਸ ਉਠਾ ਨਹੀਂ ਸਕੀ, ਉਹ ਸਿਰਫ ਉਸੇ ਤੇ ਹੀ ਫੋਕਸ ਹੋ ਕੇ ਰਹਿ ਗਈ ਕਿ ਸਾਨੂੰ ਕਾਮ ਰੋਕੋ ਪ੍ਰਸਤਾਵ ਤੇ ਜਿਹੜਾ ਹੈਗਾ ਉਹ ਤੁਸੀਂ ਬੋਲਣ ਨਹੀਂ ਦੇ ਰਹੇ। ਇੰਦਰਪ੍ਰੀਤ ਜੀ, ਮੈਂ ਭਾਸਕਰ ਸਾਹਿਬ ਤੋਂ ਟਿੱਪਣੀ ਲੈਣੀ ਆ, ਲੇਕਿਨ ਇਸ ਤੋਂ ਪਹਿਲਾਂ ਇੱਕ ਖਬਰ ਜਿਹੜੀ ਛਾਇਆ ਹੋਈ ਆ ਚੰਡੀਗੜ੍ਹ ਤੋਂ ਸ਼ਬਦ ਸਮੂਹ ਵੱਲੋਂ ਅੰਗਰੇਜ਼ੀ ਦੀ ਅਖਬਾਰ ਦੇ ਵਿੱਚ, ਜਿਹਦੇ ਵਿੱਚ ਸਮਿਤ ਸਿੰਘ ਸੈਣੀ ਔਰ ਉਮਰਾ ਨੰਗਲ SIT ਨੂੰ ਜਿਹੜੀ ਆਪਣਾ ਪੱਖ ਰੱਖਦਿਆਂ ਗੱਲਾਂ ਕਹਿ ਰਿਹਾ ਕਿ ਜਦੋਂ ਕੋਟਕਪੂਰਾ ਦੇ ਵਿੱਚ ਗੋਲੀ ਚੱਲਦੀ ਹੈ ਉਸ ਮੌਕੇ ਸਮਿਤ ਸਿੰਘ ਸੈਣੀ ਤਾਂ ਉਹਦੇ 'ਚ ਜ਼ਿਕਰ ਕਰ ਰਿਹਾ ਕਿ ਰੈਡੀਕਲਸ ਦਾ ਦਾਖਲਾ ਹੋ ਚੁੱਕਿਆ ਸੀਗਾ ਉਸ ਧਰਨੇ ਦੇ ਵਿੱਚ, ਔਰ ਉਮਰਾ ਨੰਗਲ ਉਹਨੂੰ ਟੈਰਰਿਜ਼ਮ ਨਾਲ ਜੋੜ ਕੇ ਦੇਖ ਰਹੇ ਸੀ ਕਿ ਕਾਫੀ ਖਤਰਾ ਵੱਧ ਚੁੱਕਿਆ ਸੀ, ਜਿਹਨੂੰ ਸਿਰੇ ਤੋਂ ਖਾਰਜ ਕਰਦੀ SIT ਦਿਸਦੀ ਹੈ ਇਸ ਰਿਪੋਰਟ ਦੇ ਵਿੱਚ। ਇਹਨੂੰ ਜ਼ਰਾ ਜ਼ੁਬਾਨ ਦੇ ਦਿਓ। ਜਿਹੜੀ SIT ਨੇ ਇਨਕੁਆਇਰੀ ਕੀਤੀ ਸੀ, ਤੁਹਾਨੂੰ ਯਾਦ ਹੋਊਗਾ ਸਾਰਿਆਂ ਨੂੰ ਹੀ ਮਿਲੇ ਸੀ, ਉਹ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਉਹਨਾਂ ਨੇ ਥੱਲੇ ਤੱਕ ਸਾਰਿਆਂ ਨੂੰ ਬੁਲਾਇਆ ਸੀਗਾ। ਉਹਦੇ ਵਿੱਚ ਕਈ ਸਵਾਲ ਲਗਭਗ ਸਿਮਿਲਰ ਜਿਹੇ ਹੀ ਕੀਤੇ ਸੀਗੇ। ਉਹਦੇ ਵਿੱਚ ਇੱਕ ਸਵਾਲ ਇਹੀ ਸੀ ਵੀ ਸਭ ਤੋਂ ਜਿਹੜਾ ਮੇਨ ਸਵਾਲ ਸੀ ਵੀ ਇਹੋ ਜਿਹਾ ਕੀ ਹੋਇਆ ਕਿ ਪੁਲਿਸ ਨੂੰ ਇੰਨੀ ਉਗਰਤਾ ਨਾਲ ਗੋਲੀ ਵੀ ਚਲਾਣੀ ਪਈ। ਤਾਂ DGP ਜਿਹੜੇ ਸੀਗੇ ਉਸ ਟਾਈਮ ਦੇ ਸਮੇਤ ਸੈਣੀ, ਉਹਨਾਂ ਨੇ ਕਿਹਾ ਵੀ ਉੱਥੇ ਸੰਪਰਦਾਇਕ ਦੰਗੇ ਹੋਣ ਦਾ ਖਤਰਾ ਪੈਦਾ ਹੋ ਗਿਆ ਸੀ। ਕ੍ਰਿਮੀਨਲ ਜਿਹੜੇ ਰਾਈਟਸ ਦਾ ਉਹਨਾਂ ਨੇ ਸ਼ਬਦ ਯੂਜ਼ ਕੀਤਾ, ਕਮਿਊਨਲ ਰਾਈਟਸ ਹੋ ਜਾਂਦੇ ਸੀ। ਜਦੋਂ ਇਹੀ ਸਵਾਲ ਸੇਮ ਪਰਮਰਾਜ ਉਮਰਾ ਨੰਗਲ ਹੋਰਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਵੀ ਬਹੁਤ ਰੈਡੀਕਲ ਐਲੀਮੈਂਟਸ ਆ ਗਏ ਸੀ ਇੱਥੇ ਧਰਨੇ ਦੇ ਵਿੱਚ, ਲਗਾਤਾਰ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਸੀ। ਤਾਂ ਆਉਣ ਵਾਲੇ ਟਾਈਮ ਦੇ ਵਿੱਚ ਟੈਰੋਰਿਜ਼ਮ ਵੱਲ ਵਧਣ ਵਾਲਾ ਦਿਸ਼ਾ ਵੱਲ ਚੱਲ ਰਿਹਾ ਸੀ ਕੰਮ, ਇਸ ਕਰਕੇ ਪੁਲਿਸ ਨੂੰ ਇਹ ਕਾਰਵਾਈ ਕਰਨੀ ਪਈ ਹੈ। ਤਾਂ ਸੋ ਦੋਨੋਂ ਦੇ ਜਿਹੜੇ ਮਤਲਬ ਜਵਾਬ ਨੇ ਉਹ ਬਿਲਕੁਲ ਉਲਟੇ ਨੇ ਤੇ ਇਸ ਕਰਕੇ ਮਤਲਬ ਇਹ ਬਹੁਤ ਇੰਪੋਰਟੈਂਟ ਸੀ। ਜਦੋਂ ਮੈਨੂੰ ਲੱਗਦਾ ਕਿ ਜਦੋਂ ਉਹਨਾਂ ਨੇ ਆਪਣੀ ਜ਼ਮਾਨਤ ਲਈ ਯਾਚਿਕਾ ਵੀ ਦਾਇਰ ਕੀਤੀ ਹੋਏਗੀ ਤਾਂ ਉਹਦੇ ਵਿੱਚ SIT ਦਾ ਇਹ ਪੱਖ ਉੱਥੇ ਮਜ਼ਬੂਤ ਹੋ ਜਾਂਦਾ ਜੀ ਵੀ ਇਹ ਨਹੀਂ, ਇਹ ਗੱਲ ਹੈਗੀ, ਗੱਲ ਕੁਝ ਹੋਰ ਹੈ, ਇਹਨੂੰ ਇਹ ਦੂਸਰੇ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਭਾਸਕਰ ਸਾਹਿਬ, ਆਖਰੀ ਖਬਰ ਲੈਣੇ ਆ। ਸਵਾਲ ਇਹ ਹੈ ਕਿ ਕੱਲ ਹਿਮਾਚਲ ਇਹਨੂੰ ਡਿਫੈਂਡ ਕਰਦਾ ਹੈ, ਜਿਹੜਾ ਸਾਡੇ ਪੰਜਾਬ ਵਿਧਾਨ ਸਭਾ 'ਚ ਮਤਾ ਆਉਂਦਾ ਪਾਣੀਆਂ ਤੇ ਸੈਸ ਲਾਉਣ ਦਾ, ਉਹ ਕਹਿੰਦੇ ਸਾਡੇ ਕੋਲ ਹਰ ਹੱਕ ਹੈ ਕਿ ਅਸੀਂ ਇਹ ਸੈਸ ਲਾ ਸਕੀਏ। ਇੱਧਰ ਹਰਿਆਣੇ ਨੇ ਔਰ ਪੰਜਾਬ ਨੇ ਸਿਰਿਓਂ ਇਹਨੂੰ ਖਾਰਜ ਕਰਤਾ, ਇਹਦੇ ਖਿਲਾਫ ਮਤਾ ਲੈਣ ਦਾ। ਹੁਣ ਇਹ ਲੜਾਈ ਇੰਟਰ ਸਟੇਟ ਹੋ ਗਈ ਹੈ ਔਰ ਇਹ ਲੜਾਈ ਸਿੱਧੀ ਵੀ ਹੋ ਗਈ ਹੈ। ਸੋ ਇਹਦੇ ਉੱਤੇ ਇੱਕ ਟਿੱਪਣੀ ਦਿਓ। ਹਿਮਾਚਲ ਸਾਫ਼ ਕਹਿ ਰਿਹਾ ਕਿ ਸਾਡਾ ਰਾਈਟ ਹੈ ਜਿਹਦਾ ਅਸੀਂ ਇਸਤੇਮਾਲ ਕੀਤਾ। ਬਿਲਕੁਲ, ਇਹ ਮੁੱਦਾ ਉੱਠਿਆ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕੱਲ, ਤਦ ਭਗਵੰਤ ਮਾਨ ਉਹਨਾਂ ਨੇ ਆਪ ਖੜੇ ਹੋ ਕੇ ਇਸ ਰੈਜ਼ੋਲੂਸ਼ਨ ਨੂੰ ਦੇ ਵਾਸਤੇ ਹਾਂ ਕਹੀ, ਬਾਅਦ ਚ VOTING ਹੋਈ, ਰੈਜ਼ੋਲੂਸ਼ਨ ਪਾਸ ਹੋ ਗਿਆ। ਨਾਲ ਦੇ ਨਾਲ ਭਗਵੰਤ ਮਾਨ ਮੁੱਖ ਮੰਤਰੀ ਉਹਨਾਂ ਨੇ ਇਸ ਮੌਕੇ ਨੂੰ ਨਹੀਂ ਛੱਡਿਆ ਜਦ ਉਹ ਕਾਂਗਰਸ ਨੂੰ ਘੇਰਦੇ ਨਜ਼ਰ ਆਏ ਕਿ ਅੱਜ ਕਾਂਗਰਸ ਕਿੱਥੇ ਹੈ। ਜੇ ਹਿਮਾਚਲ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਤੇ ਪੰਜਾਬ ਦੇ ਉੱਤੇ ਵਾਟਰ ਸੈਸ ਲਾ ਕੇ ਇਸ ਮੁੱਦੇ ਦੇ ਉੱਤੇ ਕਾਂਗਰਸ ਦਾ ਰੁਖ ਕੀ ਹੈ, ਕਿਉਂਕਿ ਇਸ ਰੁਖ ਨੇ ਆਪਣੇ ਆਪ ਵਿੱਚ ਕਾਂਗਰਸ ਨੂੰ ਐਕਸਪੋਜ਼ ਵੀ ਕੀਤਾ। ਹਾਲਾਂਕਿ ਵਿਧਾਨ ਸਭਾ ਦੇ ਬਾਹਰ ਕਾਂਗਰਸ ਦੇ MLAs ਮੌਜੂਦ ਸੀਗੇ, ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਮੀਡੀਆ ਨਾਲ ਕਹਿ ਰਹੇ ਸੀਗੇ, ਪਰ ਇਸ ਮੁੱਦੇ ਦੇ ਉੱਤੇ ਬਹੁਤੀ ਗੱਲ ਉਹਨਾਂ ਨੇ ਨਹੀਂ ਕੀਤੀ। ਹੁਣ ਇਹ ਮੁੱਦਾ ਲੀਗਲੀ ਅੱਗੇ ਤੁਰੇਗਾ, ਕਿਉਂਕਿ ਅਸੀਂ ਪਹਿਲੇ ਵੀ ਇਹ ਗੱਲ ਕਹਿ ਚੁੱਕੇ ਹਾਂ ਕਿ ਜੰਮੂ ਐਂਡ ਕਸ਼ਮੀਰ ਤੇ ਉੱਤਰਾਖੰਡ ਨੇ ਵੀ ਇਸ ਤਰੀਕੇ ਦਾ ਸੈਸ ਲਾਇਆ ਸੀਗਾ, ਬਾਅਦ ਚੋਂ ਕੋਰਟਾਂ ਦੇ ਰਾਹੀਂ ਇਸ ਸੈਸ ਨੂੰ ਰਿਜੈਕਟ ਕਰ ਦਿੱਤਾ ਗਿਆ। ਕੱਲ ਇਹ ਰਿਜੈਕਸ਼ਨ ਵਿਧਾਨ ਸਭਾ ਤੋਂ ਆਇਆ ਔਰ ਇਹ ਰੈਜ਼ੋਲੂਸ਼ਨ ਪਾਸ ਕਰਨ ਦੀ ਗੱਲ ਆਲਰੇਡੀ ਵਿਧਾਨ ਸਭਾ ਦੇ ਬਿਜ਼ਨਸ ਦੇ ਵਿੱਚ ਸੀਗੀ ਔਰ ਇਹ ਕੀਤਾ ਗਿਆ। ਉਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦਾ ਰਿਐਕਸ਼ਨ ਕਿ ਸਾਨੂੰ ਸੈਸ ਲਾਉਣ ਦੇ ਵਾਸਤੇ ਕੋਈ ਰੋਕ ਨਹੀਂ ਸਕਦਾ। ਹੁਣ ਇਹ ਸੈਸ ਹੈ ਕੀ ਚੀਜ਼? ਉਹ ਅਪਰ ਰਿਪੇਰੀਅਨ ਸਟੇਟ ਹੈ ਔਰ ਪੰਜਾਬ ਹੈਗੀ ਹੈ ਲੋਅਰ ਰਿਪੇਰੀਅਨ ਸਟੇਟ। ਔਰ ਜੇ ਅਪਰ ਰਿਪੇਰੀਅਨ ਸਟੇਟ ਵਾਟਰ ਸੈਸ ਲਾ ਦਿੰਦਾ ਹੈ ਤੇ ਫਿਰ ਲੋਅਰ ਰਿਪੇਰੀਅਨ ਸਟੇਟ ਨੂੰ ਵੀ ਇਹ ਹੱਕ ਮਿਲ ਜਾਂਦਾ ਹੈ ਕਿ ਉਹ ਅੱਗੇ ਰਾਜਸਥਾਨ ਤੋਂ, ਦਿੱਲੀ ਤੋਂ ਤੇ ਹਰਿਆਣੇ ਤੋਂ ਇਸ ਤਰੀਕੇ ਦਾ ਸੈਸ ਜਾਂ ਫਿਰ ਰਾਇਲਟੀ ਦੇ ਮੁੱਦੇ ਤੇ ਅੱਗੇ ਵਧ ਸਕਦਾ ਹੈ। ਜਦ ਇਹ ਗੱਲ ਤੁਰੀ ਸੀ ਤਦ ਵੀ ਇਹ ਗੱਲ ਅੱਗੇ ਇਸ ਕਰਕੇ ਤੁਰੀ ਸੀ ਕਿ ਪੰਜਾਬ ਨੂੰ ਇੱਕ ਤਰੀਕੇ ਨਾਲ, ਸਿੱਧੇ ਤਰੀਕੇ ਨਾਲ, ਜੇ ਹਿਮਾਚਲ ਇਹਨਾਂ ਤੋਂ ਸੈਸ ਲੈਂਦਾ 500 ਕਰੋੜ ਦਾ, ਕਿਉਂਕਿ ਹਿਮਾਚਲ ਦਾ ਟੀਚਾ ਹੈਗਾ 4000 ਕਰੋੜ ਇਕੱਠੇ ਕਰਨ ਦਾ, 500 ਕਰੋੜ ਸਾਡੇ ਹਿੱਸੇ 'ਚ ਆ ਰਿਹਾ, ਬਾਕੀ ਦੇ ਸੂਬਿਆਂ ਦੇ ਵਿੱਚੋਂ ਇਹ 4000 ਕਰੋੜ ਵਿੱਚੋਂ 3500 ਕਰੋੜ ਰੁਪਏ ਰਿਕਵਰ ਕਰਨੇ ਨੇ। ਜੇ ਇਹ 4000 ਕਰੋੜ ਰੁਪਏ ਹਿਮਾਚਲ ਨੂੰ ਮਿਲ ਜਾਂਦੇ ਨੇ, ਪੰਜਾਬ ਇਹਦਾ ਵਿਰੋਧ ਨਹੀਂ ਕਰਦਾ ਤੇ ਪੰਜਾਬ ਇਹਨੂੰ ਹੱਥ ਜੋੜ ਕੇ ਐਕਸੈਪਟ ਕਰ ਲੈਂਦਾ ਹੈ, ਤੇ ਫਿਰ ਪੰਜਾਬ ਵੀ ਹੱਕਦਾਰ ਹੋ ਜਾਂਦਾ ਹੈ ਲੋਅਰ ਰਿਪੇਰੀਅਨ ਸਟੇਟ ਦੇ ਨਾਤੇ
ਅੱਗੇ ਫਿਰ ਹਰਿਆਣਾ, ਰਾਜਸਥਾਨ ਤੇ ਦਿੱਲੀ ਦੀ ਗੱਲ ਚਲੋ ਛੱਡ ਦਿਓ, ਜੀ ਕਿਉਂਕਿ ਦਿੱਲੀ ਦੇ ਵਿੱਚ ਤੇ ਆਪ ਦੀ ਸਰਕਾਰ ਹੈਗੀ ਹੈ। ਆਪ ਦੀ ਮਤਲਬ ਇਹਨਾਂ ਦੀ ਆਪਣੀ ਸਰਕਾਰ ਹੈਗੀ ਹੈ। ਪਰ ਇਹ ਮਾਮਲਾ ਅੱਗੇ ਤੁਰੇਗਾ ਜੇ ਕੋਰਟਾਂ ਦੇ ਵਿੱਚ ਇਸ ਮੁੱਦੇ ਦੇ ਉੱਤੇ ਕਿਸ ਤਰੀਕੇ ਨਾਲ ਬਹਿਸ ਹੁੰਦੀ ਹੈ, ਕਿ ਕੇਸ ਨੂੰ ਹਾਰਨ ਵਾਸਤੇ ਲੜਿਆ ਜਾਂਦਾ ਹੈ ਕਿ ਜਿੱਤਣ ਵਾਸਤੇ ਲੜਿਆ ਜਾਂਦਾ ਹੈ, ਇਹ ਵੀ ਗੱਲ ਦੇਖਣ ਵਾਲੀ ਹੋਏਗੀ। ਇਸ ਤੋਂ ਪਹਿਲੇ ਮੈਂ ਇੱਕ ਦੋ ਟਿੱਪਣੀ ਹੋਰ ਕਰਨਾ ਚਾਹੂੰਗਾ, ਕਿਉਂਕਿ ਹਾਰਟ ਅਟੈਕ ਦੀ ਗੱਲ ਜਦ ਇੰਦਰਪ੍ਰੀਤ ਉਹਨਾਂ ਕਰ ਰਹੇ ਸੀ, ਮੈਨੂੰ ਵਕਤ ਨਹੀਂ ਮਿਲਿਆ ਇਸ ਗੱਲ ਦੇ ਉੱਤੇ ਕਹਿਣ ਦਾ। ਪਿਛਲੇ ਦਿਨਾਂ ਦੇ ਵਿੱਚ ਇੱਕ ਹੈਪੀਨੈਸ ਇੰਡੈਕਸ ਦੀ ਇੱਕ ਰਿਪੋਰਟ ਦੁਬਾਰਾ ਆਈ ਹੈ, ਔਰ ਇਸ ਰਿਪੋਰਟ ਦੇ ਵਿੱਚ ਭਾਰਤ ਨੂੰ ਪਾਕਿਸਤਾਨ ਤੋਂ ਵੀ ਥੱਲੇ ਦਿਖਾਇਆ ਗਿਆ। ਹਾਲਾਂਕਿ ਇਸ ਰਿਪੋਰਟ ਦੇ ਉੱਤੇ ਸਾਨੂੰ ਸ਼ੱਕ ਹੁੰਦਾ ਹੈ ਯਾਰ ਪਾਕਿਸਤਾਨ ਦੇ ਵਿੱਚ ਤੇ ਆਪਾਂ ਰੋਜ਼ ਖਬਰਾਂ ਦੇਖਦੇ ਆ, ਉੱਥੇ ਇੰਨੀ ਮਹਿੰਗਾਈ, ਸਰਕਾਰ ਫੇਲ, ਔਰ ਉੱਥੇ ਫੜੋਫੜਾਈ ਚੱਲ ਰਹੀ ਹੈ ਪੂਰਵ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ, ਤੇ ਉਸ ਤੋਂ ਬਾਅਦ ਵੀ ਉੱਥੇ ਦੇ ਲੋਕ ਭਾਰਤ ਦੇ ਲੋਕਾਂ ਤੋਂ ਜ਼ਿਆਦਾ ਖੁਸ਼ ਹੈ। ਔਰ ਉਹ तमाम ਮੁਲਕ, ਨੇਪਾਲ ਦੀ ਗੱਲ ਕਰੀਏ, ਉਹ ਵੀ ਸਾਡੇ ਤੋਂ ਅੱਗੇ ਹੈਗੇ ਨੇ। ਹੈਪੀਨੈਸ ਘੱਟ ਹੋਏਗੀ ਤੇ ਹਾਰਟ ਅਟੈਕ ਵਧਣਗੇ। ਹੁਣ ਪੰਜਾਬ ਦਾ ਵੀ ਕੋਈ ਵੱਖਰਾ ਜਿਹਾ ਹੈਪੀਨੈਸ ਦਾ ਆંકੜਾ ਕੱਢ ਲਓ, ਕਿਉਂਕਿ ਪੰਜਾਬੀਆਂ ਨੂੰ ਹਜੇ ਤੱਕ ਖੁਸ਼ ਰਹਿਣ ਵਾਸਤੇ ਜਾਣਿਆ ਜਾਂਦਾ ਹੈ ਕਿ ਵੀ ਹਰ ਹਾਲਾਤ ਦੇ ਵਿੱਚ ਪੰਜਾਬੀ ਖੁਸ਼ ਰਹਿੰਦੇ ਨੇ। ਐਨੀ ਕਿਹੜੀ ਟੈਨਸ਼ਨ ਹੋ ਗਈ ਕਿ 4,67,000 ਬੰਦੇ ਹਾਰਟ ਅਟੈਕ ਤੋਂ ਹੀ ਮਰ ਗਏ ਪਿਛਲੇ 12 ਸਾਲਾਂ ਦੇ ਵਿੱਚ। ਇਹਨਾਂ 12 ਸਾਲਾਂ ਦੇ ਵਿੱਚ ਹੈਪੀਨੈਸ ਕਿੱਥੇ ਚਲੇਗੀ? ਔਰ ਪੰਜਾਬ ਤੇ ਆਪਣੀ ਰੈਪੂਟੇਸ਼ਨ ਤੇ ਹੀ ਤੁਰਦਾ ਹੈ। ਪੰਜਾਬ ਦੇ ਵਿੱਚ ਸਰਕਾਰਾਂ ਨੇ ਕੁਝ ਕੀਤਾ ਕਿ ਨਹੀਂ ਕੀਤਾ, ਉਸ ਗੱਲ ਨੂੰ ਆਪਾਂ ਪਰਾਂ ਵੀ ਰੱਖ ਦਈਏ, ਪਰ ਫਿਰ ਵੀ ਪੰਜਾਬੀ ਖੁਸ਼ ਰਹਿਣ ਵਾਸਤੇ ਜਾਣੇ ਜਾਂਦੇ ਨੇ। ਔਰ ਉਸ ਸੂਬੇ ਦੇ ਵਿੱਚ ਇੰਨੇ ਹਾਰਟ ਅਟੈਕ, ਇਹ ਇੱਕ ਚਿੰਤਾ ਦਾ ਵਿਸ਼ਾ ਹੈ। ਔਰ ਇਹਦੇ ਉੱਤੇ ਸਰਕਾਰ ਨੂੰ ਵਾਈਟ ਪੇਪਰ ਲੈ ਕੇ ਆਉਣਾ ਚਾਹੀਦਾ ਹੈ ਕਿ ਵੀ ਇਹ ਹਾਰਟ ਅਟੈਕ ਇੰਨੇ ਪੰਜਾਬ ਦੇ ਵਿੱਚ ਕਿਉਂ ਵਧੇ ਨੇ। ਉਸ ਤੋਂ ਇਲਾਵਾ ਗੱਲ ਇੰਦਰਪ੍ਰੀਤ ਉਹਨਾਂ ਨੇ ਕੀਤੀ SIT ਦੀ ਔਰ ਕੋਟਕਪੂਰਾ ਦੀ। ਸੁਮੇਸ਼ ਸਿੰਘ ਸੈਣੀ ਉਹਨਾਂ, ਪਰਮਰਾਜ ਉਮਰਾ ਨੰਗਲ, ਉਹਨਾਂ ਨੇ ਕੋਰਟ ਦੇ ਵਿੱਚ ਇਸ ਗੱਲ ਨੂੰ ਬਿਆਨ ਦਿੱਤਾ ਕਿ ਉਹ ਪੀਸਫੁਲ ਪ੍ਰੋਟੈਸਟਰ, ਕਿਉਂਕਿ ਭਾਵੇਂ ਉਹ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ ਰਿਪੋਰਟ ਸੀਗੀ ਜਾਂ ਫਿਰ ਹੁਣ LK ਯਾਦਵ ਉਹਨਾਂ ਦੀ ਰਿਪੋਰਟ, ਇਹਦੇ ਵਿੱਚ ਇਸ ਗੱਲ ਦੇ ਉੱਤੇ ਖਾਸ ਜ਼ੋਰ ਦਿੱਤਾ ਗਿਆ ਕਿ ਉਹ ਪ੍ਰੋਟੈਸਟਰ ਪੀਸਫੁਲ ਸੀਗੇ। ਲੇਕਿਨ ਜਿਹੜਾ ਕੋਟਕਪੂਰਾ ਦੇ ਵਿੱਚ ਕੇਸ ਹੋਇਆ ਸੀ ਪ੍ਰੋਟੈਸਟਰਸ ਦੇ ਖਿਲਾਫ, ਉਹਦੇ ਵਿੱਚ ਖਾਸ ਤੌਰ ਤੇ ਇਹ ਗੱਲ ਲਿਖੀ ਗਈ ਸੀ ਕਿ ਉਹ ਪ੍ਰੋਟੈਸਟਰ ਪੁਲਿਸ ਦੇ ਉੱਤੇ ਅਟੈਕ ਕਰ ਸਕਦੇ ਸੀ, ਉੱਥੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਆ ਸਕਦੀ ਸੀ, ਇਸ ਕਰਕੇ ਇਹ ਗੋਲੀ ਚਲਾਣੀ ਪਈ। ਇਸ ਮੁੱਦੇ ਦੇ ਉੱਤੇ ਦਰਜ ਕੀਤੀ ਹੋਈ FIR ਨੂੰ ਪਿੱਛੇ ਰੱਦ ਕੀਤਾ ਗਿਆ, ਔਰ ਰੱਦ ਕੀਤੀ ਹੋਈ FIR ਦੇ ਬਾਅਦ ਉਹਨਾਂ तमाम ਪੁਲਿਸ ਮੁਲਾਜ਼ਮਾਂ ਨੂੰ, ਪੁਲਿਸ ਅਫਸਰਾਂ ਨੂੰ ਇੱਕ ਨਾਮਜ਼ਦ ਕੀਤਾ ਗਿਆ ਕਿ ਗਲਤ ਸਬੂਤਾਂ ਦੇ ਆਧਾਰ ਦੇ ਉੱਤੇ ਜਿਹੜੇ ਕੇਸ ਕੀਤੇ ਸੀ। ਅੱਜ ਹੀ ਮਾਰਚ 23 ਨੂੰ ਇਸ ਮੁੱਦੇ ਦੇ ਉੱਤੇ ਵੀ ਸੁਣਵਾਈ ਹੋਣੀ ਹੈ। ਹਾਂ, ਅੱਜ ਜਿਹੜਾ ਚਾਰਜ ਸ਼ੀਟ ਦਾਇਰ ਕੀਤੀ ਆ ਉਹਦੇ ਵਿੱਚ ਪਹਿਲੀ ਵਾਰੀ ਇਹ ਸਾਰੇ ਲੋਕ ਪੇਸ਼ ਹੋਣਗੇ, ਜਿਸ ਤੋਂ ਬਾਅਦ ਇਹਨਾਂ ਨੂੰ ਕਾਪੀ ਵੀ ਮਿਲੇਗੀ ਜਿਹੜੇ ਚਾਰਜ ਸ਼ੀਟ ਦਾ ਚਲਾਨ ਦੀ, ਤੇ ਇਸ ਤੋਂ ਬਾਅਦ ਅਗਲੀ ਤਰੀਕ ਹੋਏਗੀ ਜਿੱਥੋਂ ਮੇਰੇ ਖਿਆਲ ਬਾਕੀ ਪ੍ਰੋਸੀਡਿੰਗਸ ਅੱਗੇ ਵਧਣਗੀਆਂ। ਇੰਦਰਪ੍ਰੀਤ ਜੀ, ਵੈਸੇ ਤਾਂ ਲਗਭਗ ਅਸੀਂ ਇਹਨੂੰ ਪ੍ਰੋਗਰਾਮ ਨੂੰ ਵਿਰਾਮ ਦੇਣ ਲੱਗੇ ਹਾਂ। ਇੱਕ ਗੱਲ ਜਿਹੜੀ ਮੇਰੇ ਧਿਆਨ ਚ ਆ ਰਹੀ, ਕਿਉਂਕਿ ਵਿਧਾਨ ਸਭਾ ਦੇ ਵਿੱਚ ਤੁਸੀਂ ਸੀਗੇ, ਹਰਚੰਦ ਸਿੰਘ ਬਰਸਟ ਨੂੰ ਸੱਜਰਾ ਮੰਡੀਕਰਨ ਬੋਰਡ ਦਾ ਬਣਾਇਆ ਗਿਆ ਚੇਅਰਮੈਨ। ਇਹ ਵੱਡਾ ਅਦਾਰਾ ਹੈ, ਇਹਦੇ ਕੋਲ ਲਗਭਗ ਪੰਜਾਬ ਦੀਆਂ 50% ਸੜਕਾਂ ਬਣਾਉਣ ਦਾ ਹੱਕ ਹਾਸਲ ਹੈ। ਜਿੰਨੀਆਂ PWD ਕੋਲ ਉਨੀਆਂ ਹੀ ਮੰਡੀਕਰਨ ਬੋਰਡ ਬਣਾਉਂਦਾ, ਔਰ ਇਹਦਾ ਚੇਅਰਮੈਨ ਛੋਟੇ-ਮੋਟੇ ਮੰਤਰੀਆਂ ਨਾਲੋਂ ਤਾਕਤਵਰ ਮੰਨਿਆ ਜਾਂਦਾ ਜਿੰਨੇ ਉਹਦੇ ਕੋਲ ਅਖਤਿਆਰ ਹੁੰਦੇ। ਹਾਲਾਂਕਿ ਇਹ ਅਖਤਿਆਰ ਹੁਣ IAS ਅਫਸਰਾਂ ਨੇ ਜ਼ਿਆਦਾ ਹੱਥ 'ਚ ਲੈ ਲਿਆ, ਇਹ ਵੀ ਚੇਅਰਮੈਨ ਹੌਲੀ-ਹੌਲੀ ਵਿਹਲਾ ਹੀ ਹੋ ਰਿਹਾ। ਪਰ ਫਿਰ ਵੀ ਇਹ ਵਾਈਸ ਚੇਅਰਮੈਨ ਆਮ ਤੌਰ ਤੇ ਮੰਡੀਕਰਨ ਬੋਰਡ ਚਲਾਇਆ ਜਾਂਦਾ ਸੀ। ਮੈਨੂੰ ਯਾਦ ਹੈ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ 'ਚ ਬੈਲੈਂਸ ਬਣਾਉਣ ਲਈ ਅਜਮੇਰ ਸਿੰਘ ਲੱਖੋਵਾਲ ਕਿਸਾਨ ਜਥੇਬੰਦੀ ਦੇ ਸਰਮੌਰ ਆਗੂ, ਬਾਅਦ ਦੇ ਵਿੱਚ ਭਾਵੇਂ ਉਹਨਾਂ ਤੇ 100 ਇਲਜ਼ਾਮ ਆਏ ਹੋਣ, ਉਸ ਦੌਰ ਦੇ ਵਿੱਚ 2 ਹੀ ਆਗੂ ਸੀਗੇ, ਲੱਖੋਵਾਲ ਤੇ ਰਾਜੇਵਾਲ। ਲੱਖੋਵਾਲ ਸਾਹਿਬ ਨੂੰ 10 ਸਾਲ ਮੰਡੀਕਰਨ ਬੋਰਡ ਦਾ ਚੇਅਰਮੈਨ ਰੱਖਿਆ, ਤੇ ਇਸੇ ਦੌਰਾਨ ਦੇ ਵਿੱਚ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਵਾਈਸ ਚੇਅਰਮੈਨ ਰੱਖਿਆ। ਇਹ ਕੀ ਅਬੋਲਿਸ਼ ਕਰਤੀ ਗਈ ਹੈ ਪੋਸਟ, ਇਹਨਾਂ ਨੂੰ ਖਤਮ ਕਰਤਾ ਗਿਆ? ਤੇ ਮੇਰੇ ਵਰਗਾ ਕਿਤੇ ਮੁੱਛ ਨੂੰ ਤਾ ਦੇ ਕੇ ਸੋਚਿਆ ਆਪਾਂ ਤੇ ਵਾਈਸ ਚੇਅਰਮੈਨ ਬਣ ਹੀ ਜਾਣਾ ਮੰਡੀਕਰਨ ਬੋਰਡ ਦਾ, ਉਹਦਾ ਕੀ ਬਣੂ? ਵਿਚਾਰੇ ਦੇ ਸੁਪਨੇ ਤਰੇ ਤਰਾਏ ਰਹਿ ਗਏ। ਰੰਧਾਵਾ ਸਾਹਿਬ, ਪਿਛਲੇ ਕੁਝ ਸਮੇਂ ਤੋਂ ਇਸ ਸਰਕਾਰ ਨੇ ਕੁਝ ਇਹੋ ਜਿਹੀਆਂ ਕੋਸ਼ਿਸ਼ਾਂ ਕੀਤੀਆਂ ਨੇ ਕਿ ਖਰਚਾ ਘਟਾਇਆ ਜਾਏ, ਜਿਹੜਾ ਵਾਧੂ ਖਰਚਾ ਹੈ ਉਹਨੂੰ ਬੰਦ ਕੀਤਾ ਜਾਏ। ਪਰ ਮੈਂ ਕੱਲ ਵੀ ਤੁਹਾਨੂੰ ਇਸ ਗੱਲ ਤੇ, ਜਦੋਂ SC ਕਮਿਸ਼ਨ ਦੇ ਉੱਤੇ ਮੈਂ ਦੱਸ ਰਿਹਾ ਸੀ, ਤਾਂ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਆਪਾਂ ਇਸ ਤਰ੍ਹਾਂ ਦਾ ਕੋਈ ਫੈਸਲਾ ਲੈਂਦੇ ਹਾਂ ਨਾ, ਫਿਰ ਸਾਰਿਆਂ ਤੇ ਹੀ ਲਾਗੂ ਕਰ ਦਿੰਦੇ ਆ, ਇਹ ਦੇਖੇ ਬਿਨਾਂ ਕਿ ਯਾਰ ਇਹਦੇ ਨਾਲ ਇੰਬੈਲੈਂਸ ਵੀ ਹੋ ਸਕਦੀਆਂ ਨੇ ਚੀਜ਼ਾਂ। ਇਹ ਤੁਸੀਂ ਗੱਲ ਬਿਲਕੁਲ ਠੀਕ ਕੀਤੀ ਹੈ। ਜਿਹੜਾ ਮੰਡੀ ਬੋਰਡ ਹੈਗਾ, ਉਹਦੇ ਕੋਲ ਪਹਿਲਾਂ ਸਿਰਫ ਇੱਕੋ ਹੀ ਚੇਅਰਮੈਨ ਹੁੰਦਾ ਸੀ ਉਹਦੇ ਬੋਰਡ ਦਾ, ਉਹ ਕਿਸਾਨ ਵਰਗ ਤੋਂ ਹੀ ਹੁੰਦਾ ਸੀ, ਤੇ ਬਾਕੀ ਜਿਹੜੇ ਹੈਗੇ ਆ ਉਹ ਸਿਰਫ ਮੈਂਬਰ ਸੀ, ਚਾਹੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਹੋਣ, ਸੈਕਟਰੀ ਹੋਣ, ਜਾਂ ਜੋ ਵੀ। ਬਾਦਲ ਸਾਹਿਬ ਨੇ ਇਹਨੂੰ ਉਹਨਾਂ ਦੀ ਆੜਤੀਆਂ ਦੀ ਮੰਗ ਸੀ ਕਿ ਇਹਦੇ ਜਿਹੜਾ ਇਹ ਖਰੀਦ ਦਾ ਸਿਸਟਮ ਹੈ, ਕਿਉਂਕਿ ਮੰਡੀ ਬੋਰਡ ਬੇਸਿਕਲੀ ਕੰਮ
ਖਰੀਦ ਦਾ ਜਿਹੜਾ ਸਾਰਾ ਸਿਸਟਮ ਬਣਾਉਂਦਾ ਉੱਥੇ ਖਰੀਦਣ ਦਾ, ਜਿੰਨੀਆਂ ਵੀ ਜਿੰਸਾਂ ਆਉਂਦੀਆਂ ਨੇ ਉਹਦੇ ਵਿੱਚ ਆੜਤੀਆਂ ਦਾ ਵੀ ਉਨਾ ਹੀ ਰੋਲ ਹੈ ਜਿੰਨਾ ਫਾਰਮਰਸ ਦਾ ਰੋਲ ਹੈ। ਤਾਂ ਇਹਨੂੰ ਬੈਲੈਂਸ ਕੀਤਾ ਜਾਏ ਤਾਂ ਬਾਦਲ ਸਾਹਿਬ ਨੇ ਇੱਕ ਵਾਈਸ ਚੇਅਰਮੈਨ ਦੀ ਪੋਸਟ ਪਹਿਲਾਂ ਲਿਆਤੀ, ਫਿਰ ਇੱਕ ਵਾਰੀ ਸੀਨੀਅਰ ਵਾਈਸ ਚੇਅਰਮੈਨ ਹੋਰ ਇੱਕ ਵਧਾ ਕੇ ਇੱਕ ਡਿਪਟੀ ਵੀ ਨਾਲ ਹੀ ਲਗਾਤਾ ਉਹਨਾਂ ਨੇ, ਸੋ 2 ਹੋ ਗਏ ਸੀ ਉੱਥੇ। ਤੇ ਇਹਦੇ ਵਿੱਚ ਜਿਹੜਾ ਹੈਗਾ ਕੱਲ ਸਰਕਾਰ ਨੇ ਇਹ ਇੱਕ ਅਮੈਂਡਮੈਂਟ ਬਿੱਲ ਲਿਆ ਕੇ ਇਹ ਦੋਨੋਂ ਪੋਸਟਾਂ ਖਤਮ ਕਰਤੀਆਂ ਤੇ ਇਸ ਤਰ੍ਹਾਂ ਹੀ ਐਸਸੀ ਕਮਿਸ਼ਨ ਦੇ ਜਿਹੜੇ ਮੈਂਬਰ ਸੀ ਉਹਨਾਂ ਨੂੰ ਵੀ ਖਤਮ ਕਰਤਾ ਹੈ, 5 ਖਤਮ ਕਰਤੇ, ਇੱਕ ਵਾਈਸ ਚੇਅਰਮੈਨ ਦੀ ਪੋਸਟ ਵੀ ਖਤਮ ਕਰਤੀ ਹੈ। ਸੋ ਇੱਕ ਮਤਲਬ ਮੈਨੂੰ ਇਹ ਲੱਗਦਾ ਕਿ ਸ਼ਾਇਦ ਇਹ ਫਿਰ ਤੋਂ ਇੱਕ ਇੰਬੈਲੈਂਸ ਜਾ ਹੋ ਗਿਆ। ਆੜਤੀਆਂ ਨੂੰ ਵੀ ਦੇਖੋ ਮੌਕਾ ਤਾਂ ਮਿਲਣਾ ਹੀ ਚਾਹੀਦਾ, ਅਗਰ ਉਸ ਪੂਰੇ ਪ੍ਰੋਸੈਸ ਦੇ ਵਿੱਚ ਉਹ ਹਿੱਸੇਦਾਰ ਨੇ, ਇੱਕ ਸਟੇਕ ਹੋਲਡਰ ਹੈਗੇ ਨੇ ਉਹ ਵੀ, ਤਾਂ ਉਹਨਾਂ ਦੀ ਵਿਊ ਵੀ ਆਣੀ ਚਾਹੀਦੀ ਹੈ, ਉਹਨਾਂ ਦਾ ਇੱਕ ਮੈਂਬਰ ਹੋਣਾ ਚਾਹੀਦਾ ਵਿੱਚ। ਸੋ ਇਹ ਸਰਕਾਰ ਨੇ ਕਿਉਂਕਿ ਆਪਣੇ ਖਰਚੇ ਦਾ ਹਵਾਲਾ ਦਿੱਤਾ ਹੈ, ਵੈਸੇ ਹੀ ਸਾਡਾ ਆਰਡੀਐਫ ਉਤੋਂ ਆ ਨਹੀਂ ਰਿਹਾ, ਉਹ ਕਹਿ ਰਿਹਾ ਸੈਂਟਰ ਗਵਰਨਮੈਂਟ ਨੇ ਤਾਂ ਸਾਫ਼ ਕਹਿਤਾ ਵੀ ਅਸੀਂ 6% ਦੀ ਬਜਾਏ ਹੁਣ ਦੇਵਾਂਗੇ 2%, ਤਾਂ 4% ਤਾਂ ਸਾਡੇ ਤੇ ਉਹ ਜਿਹੜਾ 3000 ਕਰੋੜ ਦਾ ਸਾਡੇ ਤੇ ਬੋਝ ਪੈਣਾ ਹੈ ਜਾਂ ਸਾਨੂੰ ਘਾਟਾ ਹੋਣਾ ਹੈ, ਉਹ ਤਾਂ ਪਤਾ ਨਹੀਂ ਹੁਣ ਕਿਵੇਂ ਕਵਰ ਹੋਏਗਾ। ਪਰ ਆਹ ਛੋਟੀਆਂ ਛੋਟੀਆਂ ਪੋਸਟਾਂ ਨਾਲ ਨੂੰ ਐਬੋਲਿਸ਼ ਕਰਕੇ ਖਤਮ ਹੋਏਗਾ, ਇਸ ਤੇ ਤਾਂ ਮੈਨੂੰ ਸ਼ੱਕ ਹੈ। ਪਰ ਮੈਨੂੰ ਲੱਗਦਾ ਕਿ ਇਹਦੇ ਨਾਲ ਬੈਲੈਂਸ ਤਾਂ ਵਿਗੜੇਗਾ ਹੀ। ਦੇਖੋ ਇਹ ਵੱਡਾ ਅਦਾਰਾ ਹੈ ਔਰ ਤੁਸੀਂ ਕਿਹਾ ਵੀ ਛੋਟੇ ਮੋਟੇ ਮਿਨਿਸਟਰ ਨਾ ਨਹੀਂ, ਇਹ ਤਾਂ ਬਹੁਤ ਵੱਡੇ ਮਿਨਿਸਟਰ ਦੇ ਕੋਲ ਵੀ ਇੰਨੀ ਪਾਵਰ ਨਹੀਂ ਹੁੰਦੀ ਜਿੰਨੀ ਮੰਡੀ ਬੋਰਡ ਦੇ ਚੇਅਰਮੈਨ ਕੋਲ ਪਾਵਰ ਹੈ। ਹਾਂ, ਇਹ ਵਰਤਣੀ ਕਿਵੇਂ ਹੈ ਇਹ ਡਿਪੈਂਡ ਕਰਦਾ ਹੈ ਕਿ ਉਹ ਵਰਤ ਕੌਣ ਰਿਹਾ, ਉਹ ਬੋਰਡ ਦਾ ਸੈਕਟਰੀ ਵਰਤ ਰਿਹਾ ਜਾਂ ਮੰਡੀ ਬੋਰਡ ਦਾ ਚੇਅਰਮੈਨ ਵਰਤ ਰਿਹਾ। ਹਾਂ, ਦਮ ਤਾਂ ਲੱਤਾਂ 'ਚ ਹੀ ਹੁੰਦਾ ਹੈ ਤੇ ਛਾਤੀ ਵੀ ਤੁਸੀਂ ਕਿੰਨੇ ਇੰਚ ਤੱਕ ਫੈਲਾ ਕੇ ਕਿੰਨੇ ਦੀ ਬਣਾਉਣੀ ਆ, ਇਹ ਵੀ ਨਿਰਧਾਰਿਤ ਕਰਦਾ ਹੈ ਤੁਹਾਡਾ ਸਾਰਾ ਔਰਾ। ਚਲੋ ਆਪਾਂ ਕੀ ਲੈਣਾ, ਛੱਡੋ, ਦਈਏ ਵਿਰਾਮ ਫਿਰ। ਧੰਨਵਾਦ ਜੀ।